ਜਤਿੰਦਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ ਦਿਨੀ ਮਲਿਕ ਹੋਰਾਂ ਦੀ ਇੱਕ ਇੰਟਰਵਿਊ ਬੜੀ ਚੱਲ ਰਹੀ ਹੈ ਅੱਜਕੱਲ੍ਹ ਕਿ ਉਹ ਕਹਿੰਦੇ ਕਿ ਪੁਲਵਾਮਾ ਦੇ ਲਈ ਸਰਕਾਰ ਜ਼ਿੰਮੇਵਾਰ ਹੈ ਜੀ। ਮਲਿਕ ਹੋਰੀ ਬੀਜੇਪੀ ਨਾਲ ਸੰਬੰਧ ਰੱਖਦੇ ਨੇ। ਉਪ ਰਾਜਪਾਲ ਆਏ, ਉਹਨਾਂ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ, ਉਹ ਵੱਖ-ਵੱਖ ਸੂਬਿਆਂ 'ਚ, ਤੇ ਉਹ ਭਾਜਪਾ ਦੇ ਹੋਣ ਦੇ ਨਾਤੇ, ਸੰਘ ਦੀ ਨੁਮਾਇੰਦਗੀ ਕਰਨ ਦੇ ਨਾਤੇ ਵੀ ਉਹ ਸਿੱਧੇ ਸਰਕਾਰ ਨੂੰ ਸਵਾਲ ਕਰਦੇ ਰਹੇ। ਹੁਣ ਮਸਲੇ ਦਾ ਜਿਹੜਾ ਹੱਲ ਨਿਕਲਿਆ ਉਹ ਨਿਕਲਿਆ ਜੀ ਕਿ ਉਹ ਅੰਦਰ ਹੀ ਇੱਕ ਬੰਦਾ ਸੀ ਜੀ, ਇਹਨਾਂ ਦਾ ਹੀ ਸਾਥੀ ਸੀ, ਇਸੇ ਬੈਰਕ 'ਚ ਸੀ, ਉਹਨੇ ਹੀ ਰਫਲ ਚੋਰੀ ਕੀਤੀ ਸੀ, ਉਹਨੇ ਹੀ ਕਾਰਤੂਸ ਚੋਰੀ ਕੀਤੇ ਸੀ, ਉਹਨੇ ਹੀ ਜਾਨ ਲਈ ਹੈ, ਤੇ ਉਹਦਾ ਨਿੱਜੀ ਮਾਮਲਾ ਸੀ। ਚਾਹੇ ਉਹ ਤਿੰਨ ਖੇਤੀ ਕਾਨੂੰਨਾਂ ਦਾ ਮਾਮਲਾ ਹੋਵੇ, ਚਾਹੇ ਕਿਸਾਨੀ ਦਾ ਮਸਲਾ ਹੋਵੇ, ਚਾਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਗੱਲ ਹੋਵੇ, ਤੇ ਚਾਹੇ ਹੁਣ ਪੁਲਵਾਮਾ ਹਮਲਾ ਹੋਵੇ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਗੌਰ ਕਰਕੇ ਦੇਖੋ, ਚੋਣਾਂ ਤੋਂ ਪਹਿਲਾਂ ਅਜੇ ਵਰਤਾਰੇ ਕਿਉਂ ਵਾਪਰ ਜਾਂਦੇ ਨੇ। ਉਸੇ ਨੇ ਕਹਾਣੀ ਘੜੀ ਸੀ ਕਿ ਦੋ ਕੁੜਤੇ ਪਜਾਮੇ ਵਾਲੇ ਬੰਦੇ ਆਏ, ਉਸੇ ਨੇ ਉਹਨਾਂ ਦੇ ਮੂੰਹ ਟਕਾਏ ਸੀ ਕਹਿਣ ਲਈ, ਉਸੇ ਨੇ ਉਸੇ ਕਹਾਣੀ ਦੇ ਤਹਿਤ ਕਿਹਾ ਕਹਾੜੀ ਵੀ ਸੀ ਜਿਹਨਾਂ ਕੋਲ ਇੱਕ ਕੋ ਰਫਲ ਵੀ ਸੀ। ਉਹ ਕਹਿੰਦੇ ਜਦੋਂ ਪੋਸਟਮਾਰਟਮ ਹੋਇਆ ਚਾਰੇ ਜਵਾਨਾਂ ਦਾ ਤਾਂ ਉਹਦੇ ਵਿੱਚ ਕਿਸੇ ਦੇ ਵੀ ਸਰੀਰ ਤੇ ਕੋਈ ਹੋਰ ਬਾਹਰੀ ਜ਼ਖਮ, ਕੋਈ ਬਾਹਰੀ ਨਿਸ਼ਾਨ ਨਹੀਂ ਆਇਆ ਸਿਵਾਏ ਗੋਲੀਆਂ। ਬਿਜਲੀ ਦੇ ਕੱਟ ਵੀ ਲੱਗ ਰਹੇ ਨੇ, ਪਰ ਹੁਣ ਮੰਨਿਆ ਜਾ ਰਿਹਾ ਕਿ ਬਿਜਲੀ ਦੇ ਕੱਟ ਵੀ ਪੰਜਾਬ 'ਚ ਲੱਗ ਰਹੇ ਨੇ ਤੇ ਪੰਜਾਬ ਦੀ ਹੀ ਜੇਬ ਕੱਟੀ ਜਾ ਰਹੀ ਹੈ। ਇੱਕ ਦਿਨ ਸ਼ਿਕਾਇਤਾਂ ਪੈਂਡਿੰਗ ਪਈਆਂ ਨੇ, 16,000 ਨਵੀਆਂ ਰਜਿਸਟਰਡ ਹੋਈ ਜਾਂਦੀਆਂ ਨੇ ਜੀ। ਸੋ ਇਸ ਲਈ ਇਸ ਸਥਿਤੀ 'ਚੋਂ ਨਜਿੱਠਣ ਦੇ ਲਈ ਫਿਰ ਸਰਕਾਰ ਕਰੂਗੀ ਕੀ? ਕਹਿੰਦੇ ਜੀ ਬਾਦਲਾਂ ਦੇ ਰਾਜ 'ਚ ਸੁਖਬੀਰ ਬਾਦਲ ਕਹਿੰਦਾ ਪਾਕਿਸਤਾਨ ਨੂੰ ਵੇਚਣੀਆਂ ਵੀ ਜੀ, ਇੰਨੀ ਸਰਪਲਸ ਹੋ ਗਈ ਜੀ। ਤੇ ਉਹਦੇ ਬਾਵਜੂਦ ਪੰਜਾਬ 'ਚ ਇੱਕ ਹਾਹਾਕਾਰ ਮਚਣੀ ਹੈ। ਅਜੇ ਤਾਂ ਅਪ੍ਰੈਲ ਮਹੀਨਾ ਭਾਈ, ਅਜੇ ਤਾਂ ਮਈ ਨਹੀਂ ਆਇਆ, ਜੂਨ ਜੁਲਾਈ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਜਦੋਂ ਝੋਨੇ ਦਾ ਸੀਜ਼ਨ ਪੀਕ ਤੇ ਹੋਣਾ, ਝੋਨਾ ਲੱਗਣਾ, ਉਹਨੂੰ ਪਾਣੀ ਦਾਣਾ ਸਾਰਾ ਕੁਝ, ਉਸ ਦੌਰ ਦੇ ਵਿੱਚ ਫਿਰ ਬਿਜਲੀ ਕਿੱਥੋਂ ਪੂਰਤੀ ਕਰੋਗੇ? ਪੰਜਾਬ 'ਚ 8-8 ਘੰਟੇ ਬਿਜਲੀ ਦੇ ਕੱਟ ਨੇ ਤੇ ਬਿਲਕੁਲ ਦਾਅਵੇ ਸਰਕਾਰ ਦੇ ਬਿਲਕੁਲ ਸੱਚ ਨੇ ਕਿ ਬਿਜਲੀ ਝਪੱਕਾ ਨਹੀਂ ਮਾਰਦੀ, ਆਉਂਦੀ ਉਹ ਨਹੀਂ, ਜਦ ਝਪੱਕਾ ਕੀ ਮਾਰੂਗੀ? 8 ਘੰਟੇ ਬਾਅਦ ਜੇ ਆਉਂਦੀ ਆ, ਹਲੇ ਪਾਣੀ ਵਾਲੀ ਬੋਤਲ ਨਹੀਂ ਠੰਡੀ ਹੋਈ ਹੁੰਦੀ, ਜਾਨੂੰ ਫਿਰ ਬਿਜਲੀ ਚਲੀ ਜਾਂਦੀ ਹੈ। ਕਿਆ ਹਾਲ ਹੀ ਦੇ ਦੌਰਾਨ ਪੰਜਾਬ ਨੇ 178 ਕਰੋੜ ਦੀ ਬਿਜਲੀ ਖਰੀਦ ਲਈ। ਹਾਂ, ਮੁੱਖ ਮੰਤਰੀ ਸਾਹਿਬ ਨੇ ਕਿਤੇ ਕਾਗਜ਼ ਭਰਾਉਣੇ ਹੁੰਦੇ ਨੇ, ਕਿਤੇ ਰੈਲੀ ਕਰਨੀ ਹੁੰਦੀ ਹੈ, ਕਿਤੇ ਜ਼ਮੀਨੀ ਚੋਣ ਦਾ ਫਿਕਰ ਹੈ, ਕਿਤੇ ਆਪਣੇ ਆਕਾ ਨੂੰ ਬਚਾਉਣ ਦਾ ਫਿਕਰ ਹੈ। ਸਰਕਾਰ, ਮੰਤਰੀ, ਰਾਜ ਸਭਾ ਮੈਂਬਰ, MLA ਸਭ ਬਿਠਾਏ ਨੇ ਧਰਨੇ ਤੇ ਉੱਥੇ। ਸੋ ਕੇਜਰੀਵਾਲ ਦੇ ਮਗਰ ਨਾਅਰੇ ਲਾਓ, ਉਹ ਭਾਈ ਪੰਜਾਬ ਬਚਾਓ, ਤੁਹਾਨੂੰ 92 MLA ਨੂੰ ਪੰਜਾਬ ਬਚਾਉਣ ਲਈ ਚੁਣਿਆ, ਤੁਸੀਂ ਕਹਿੰਦੇ ਬਾਕੀਆਂ ਨੇ ਲੁੱਟ ਲਿਆ, ਤੇ ਜੇ ਬਾਕੀਆਂ ਨੇ ਲੁੱਟ ਲਿਆ ਤਾਂ ਤੁਸੀਂ ਤਾਂ ਬਚਾ ਲਓ। ਜਾਂ ਹੋਰ ਪੁਲਿਸ ਵਾਲੇ ਵੀ ਹੈਗੇ, ਜਾਂ ਇਹ ਪੁਲਿਸ ਵਾਲੇ ਸਿਰਫ ਕੜੀਆਂ ਨੇ, ਮੁੱਖ ਕੜੀ ਕੋਈ ਹੋਰ ਹੈ। ਕਿਉਂਕਿ ਚਿੱਟ ਕੱਪੜੀਏ ਤੇ ਖਾਕੀ ਵਰਦੀ ਤੋਂ ਬਿਨਾਂ ਮਿਲੇ ਬਿਨਾਂ ਨਹੀਂ ਇਹ ਹੁੰਦਾ ਕਿ ਪੁਲਿਸ ਦੇ ਅੰਦਰ ਜਿਹੜੀਆਂ ਮਤਲਬ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਹੱਥ ਪਾਇਆ ਜਾਵੇ। ਇੱਕ ਵਿਅਕਤੀ, ਇੱਕ ਥਾਣੇਦਾਰ, ਇੱਕ SSP, ਇੱਕ ਪੁਲਿਸ ਅਧਿਕਾਰੀ ਸਾਰੇ ਪੰਜਾਬ ਦੇ ਨਸ਼ੇ ਦਾ ਠੇਕਾ ਨਹੀਂ ਲੈ ਸਕਦਾ ਜੀ। ਸੋ ਇਹਦਾ ਮਤਲਬ ਇਹ ਕੋਈ ਵੱਡਾ ਗਰੋਹ ਹੈ, ਵੱਡੇ ਮਗਰਮੱਛਾਂ ਤੱਕ ਜਾਣਗੇ ਜਾਂ ਨਹੀਂ ਜਾਣਗੇ, ਜਾਂ ਇਸੇ ਤੋਂ ਬਾਅਦ ਇਸ਼ਤਿਹਾਰ ਜਾਰੀ ਹੋ ਜਾਣਗੇ ਪੰਜਾਬ 'ਚ ਚਿੱਟਾ ਮਕਾਇਆ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ TV ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪਕ ਜੀ, ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਬਠਿੰਡਾ ਛਾਉਣੀ ਦੀ ਕਰ ਲੈਂਦੇ ਹਾਂ। 12 ਤਰੀਕ ਨੂੰ ਉਹ ਘਟਨਾ ਵਾਪਰਦੀ ਹੈ ਜਿੱਥੇ 4 ਜਵਾਨਾਂ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਪੁੱਛਗਿੱਛ ਵੀ ਕੀਤੀ ਜਾਂਦੀ ਹੈ। ਪਰ ਕੱਲ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੀ ਦੱਸਿਆ ਗਿਆ ਕਿ ਇੱਕ ਸਾਥੀ ਨੌਜਵਾਨ ਨੂੰ ਹੀ ਫੜਿਆ ਗਿਆ, ਇੱਕ ਜਵਾਨ ਹੀ ਸੀ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ। ਨਿੱਜੀ ਰੰਜਿਸ਼ ਦੇ ਚੱਲਦੇ ਉਸਨੇ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ। ਪਰ ਜੇਕਰ ਇਹ ਸਭ ਸੱਚਾਈ ਹੈ, ਸਭ ਕੁਝ ਸੱਚ ਹੈ, ਤਾਂ ਕਈ
ਕਈ ਸਵਾਲ ਵੀ ਨਵੇਂ ਪੈਦਾ ਹੋ ਰਹੇ ਨੇ, ਕਿਵੇਂ ਵੇਖਦੇ ਹੋ? ਬਿਲਕੁਲ ਜਤਿੰਦਰ ਜੀ, ਗੱਲ ਤੁਹਾਡੀ ਦਰੁਸਤ ਹੈ ਕਿ ਬਠਿੰਡਾ ਛਾਉਣੀ, ਜਿਵੇਂ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ 12 ਤਰੀਕ ਨੂੰ ਜਦੋਂ ਘਟਨਾਕ੍ਰਮ ਵਾਪਰਦੀ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਚੋਂ ਇੱਕ ਹੈ ਬਿਲਕੁਲ, ਤੇ ਭਾਰਤ ਦੀਆਂ ਪ੍ਰਮੁੱਖ ਛਾਉਣੀਆਂ ਚੋਂ ਵੀ ਇੱਕ ਹੈ। ਤੇ ਜਿਹੜੀਆਂ ਫੌਜ ਦੀਆਂ ਕੰਟੀਨ ਲਈ ਸਮਾਨ ਜਾਂਦਾ, ਫੌਜੀ ਪਰਿਵਾਰਾਂ ਦੇ ਲਈ ਜੋ ਸਮਾਨ ਜਾਂਦੇ ਨੇ, ਉਹਦੇ ਵਿੱਚੋਂ ਵੀ ਮੁੱਖ ਸੈਂਟਰ ਹੈ ਜੀ। ਸੋ ਇਸ ਲਈ ਉਸ ਵਾਲੇ ਨਾਲ ਇਹਦੀ ਅਹਿਮੀਅਤ ਬਹੁਤ ਵੱਡੀ ਹੈ। ਬਿਲਕੁਲ। ਤੇ ਖਾਸ ਕਰ ਜੇਕਰ ਆਪਾਂ ਗੱਲ ਕਰੀ ਕਿ ਪੰਜਾਬ ਦਾ ਬਾਰਡਰ ਜਿਵੇਂ ਗਵਾਂਢੀ ਪਾਕਿਸਤਾਨ ਮੁਲਕ ਨਾਲ ਲੱਗਦਾ, ਉਸ ਨਾਤੇ ਵੀ ਇਸ ਹਵਾਲੇ ਨਾਲ ਵੀ ਸੋ ਇਹਦੀ ਅਹਿਮੀਅਤ ਨੂੰ ਧਿਆਨ 'ਚ ਰੱਖਦੇ ਜੋ ਘਟਨਾਕ੍ਰਮ ਵਾਪਰਿਆ ਕਿ ਸੁੱਤੇ ਪਏ 4 ਫੌਜੀ ਜਵਾਨਾਂ ਦੀਆਂ ਛਾਤੀਆਂ ਛਲਣੀ ਕਰਕੇ ਜਾਨ ਲੈ ਲਈ ਜਾਂਦੀ ਹੈ ਤੇ ਅਗਲੇ ਦਿਨ ਇੱਕ ਹੋਰ ਉੱਥੇ ਉਹਦੇ ਵਿੱਚ ਛਾਉਣੀ ਦੇ ਅੰਦਰ ਇੱਕ ਪ੍ਰਬੰਧਕੀ ਦਫ਼ਤਰ ਦੇ ਵਿੱਚ ਇੱਕ ਗੋਲੀ ਲੱਗਣ ਨਾਲ ਇੱਕ ਹੋਰ ਜਵਾਨ ਮਾਰਿਆ ਜਾਂਦਾ। ਸੋ 5 ਜਵਾਨਾਂ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਹੁਣ ਦਮ ਭਰੇ ਕਿ ਅਸੀਂ 5 ਦਿਨਾਂ 'ਚ ਮਸਲਾ ਹੱਲ ਕਰ ਲਿਆ ਜੀ। ਹੁਣ ਮਸਲੇ ਦਾ ਜਿਹੜਾ ਹੱਲ ਨਿਕਲਿਆ ਉਹ ਨਿਕਲਿਆ ਜੀ ਕਿ ਉਹ ਅੰਦਰ ਹੀ ਇੱਕ ਬੰਦਾ ਸੀ ਜੀ, ਇਹਨਾਂ ਦਾ ਹੀ ਸਾਥੀ ਸੀ, ਇਸੇ ਬੈਰਕ 'ਚ ਸੀ, ਉਹਨੇ ਹੀ ਰਫਲ ਚੋਰੀ ਕੀਤੀ ਸੀ, ਉਹਨੇ ਹੀ ਕਾਰਤੂਸ ਚੋਰੀ ਕੀਤੇ ਸੀ, ਉਹਨੇ ਹੀ ਜਾਨ ਲਈ ਹੈ ਤੇ ਉਹਦਾ ਨਿੱਜੀ ਮਾਮਲਾ ਸੀ ਜੀ, ਨਿੱਜੀ ਰੰਜਸ ਬਣ ਗਈ, ਨਿੱਜੀ ਮਾਮਲਾ ਬਣ ਗਿਆ ਤੇ ਪੁਲਿਸ ਨੇ ਉਹ ਮਾਮਲਾ ਦੱਸਣ ਤੋਂ ਇਨਕਾਰ ਕੀਤਾ। ਪਰ ਅੰਦਰੋਂ ਪੁਲਿਸ ਦੇ ਹਵਾਲੇ ਨਾਲ ਜੋ ਖਬਰਾਂ ਨਿਕਲ ਕਹਿੰਦੀ ਸਰੀਰਕ ਸ਼ੋਸ਼ਣ ਦਾ ਮਾਮਲਾ ਬਣਦਾ ਜੀ। ਹੁਣ ਇਹਨੇ ਹੋਰ ਜਿਹੜੇ ਨਵੇਂ ਸਵਾਲ ਪੈਦਾ ਕੀਤੇ, ਪਰ ਜਿਹੜਾ ਇੱਕ ਸਵਾਲ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਉਹ ਵੀ ਸਵਾਲ ਅਜੇ ਉੱਥੇ ਹੀ ਖੜਾ ਹੈ ਜੀ। ਜਤਿੰਦਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ ਦਿਨੀ ਮਲਿਕ ਹੋਰਾਂ ਦੀ ਇੱਕ ਇੰਟਰਵਿਊ ਬੜੀ ਚੱਲ ਰਹੀ ਹੈ ਅੱਜ ਕੱਲ੍ਹ ਕਿ ਉਹ ਕਹਿੰਦੇ ਕਿ ਪੁਲਵਾਮਾ ਦੇ ਲਈ ਸਰਕਾਰ ਜ਼ਿੰਮੇਵਾਰ ਹੈ ਜੀ। ਮਲਿਕ ਹੋਰੀ ਬੀਜੇਪੀ ਨਾਲ ਸੰਬੰਧ ਰੱਖਦੇ ਨੇ, ਉਪ ਰਾਜਪਾਲ ਆਏ, ਉਹਨਾਂ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ, ਉਹ ਵੱਖ-ਵੱਖ ਸੂਬਿਆਂ 'ਚ, ਤੇ ਉਹ ਭਾਜਪਾ ਦੇ ਨਾਲ ਹੋਣ ਦੇ ਨਾਤੇ, ਸੰਘ ਦੇ ਨੁਮਾਇੰਦਗੀ ਕਰਨ ਦੇ ਨਾਤੇ ਵੀ ਉਹ ਸਿੱਧੇ ਸਰਕਾਰ ਨੂੰ ਸਵਾਲ ਕਰਦੇ ਰਹੇ ਨੇ, ਚਾਹੇ ਉਹ 3 ਖੇਤੀ ਕਾਨੂੰਨਾਂ ਦਾ ਮਾਮਲਾ ਹੋਵੇ, ਚਾਹੇ ਕਿਸਾਨੀ ਦਾ ਮਸਲਾ ਹੋਵੇ, ਚਾਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਗੱਲ ਹੋਵੇ, ਤੇ ਚਾਹੇ ਹੁਣ ਪੁਲਵਾਮਾ ਹਮਲਾ ਹੋਵੇ। ਉਹ ਕਹਿੰਦੇ ਕਿ ਫੌਜੀਆਂ ਵੱਲੋਂ, ਫੌਜ ਦੀ ਅਧਿਕਾਰੀਆਂ ਵੱਲੋਂ ਜਹਾਜ਼ ਮੰਗਿਆ ਗਿਆ ਸੀ, ਕਿਉਂ ਨਹੀਂ ਉਹਨੂੰ ਉਪਲਬਧ ਕਰਾਇਆ, ਕਿਉਂ ਅਣਗਹਿਲੀ ਕੀਤੀ, ਇਹਦੇ ਲਈ ਕੌਣ ਜ਼ਿੰਮੇਵਾਰ ਹੈ, ਜਵਾਬ ਦੇਣ। ਸੋ ਇਸ ਲਈ ਉਹ ਸਵਾਲ, ਉਸੇ ਤਰ੍ਹਾਂ ਦਾ ਸਵਾਲ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਗੌਰ ਕਰਕੇ ਦੇਖੋ ਚੋਣਾਂ ਤੋਂ ਪਹਿਲਾਂ ਅਜੇ ਵਰਤਾਰੇ ਕਿਉਂ ਵਾਪਰ ਜਾਂਦੇ ਨੇ। ਤੇ ਇਸ ਵਰਤਾਰੇ 'ਚ ਵੀ ਆਪਾਂ ਗੱਲ ਕਰਦੇ ਸੀ ਕਿ ਜਿਹੜੇ ਉਹ 4 ਜਵਾਨ ਮਾਰੇ ਗਏ ਉਹਨਾਂ 'ਚੋਂ 2 ਕਰਨਾਟਕਾ ਦੇ ਸੀ ਤੇ ਇੱਕ ਜਿਹੜਾ 5ਵਾਂ ਹੋਰ ਮਰਿਆ ਉਹ ਵੀ ਕਰਨਾਟਕਾ ਦਾ। ਸੋ 5 'ਚੋਂ 3 ਕਰਨਾਟਕਾ ਦੇ ਸੀ ਤੇ ਉਹ ਲੱਗ ਰਿਹਾ ਸੀ ਕਿ ਕਿਤੇ ਵਿੱਚ ਕੋਈ ਹੋਰ ਕਹਾਣੀ ਤਾਂ ਨਹੀਂ। ਹੁਣ ਜਿਹੜੀ ਕਹਾਣੀ ਨਿਬੜੀ, ਉਹ ਨਿਬੜੀ ਕਿ ਬਾਹਰੋਂ ਕੋਈ ਨਹੀਂ ਆਇਆ ਜੀ, ਬਾਹਰੋਂ ਘਟਨਾ ਨੂੰ ਅੰਜਾਮ ਦੇ ਕੇ ਕੋਈ ਵਾਪਸ ਨਹੀਂ ਗਿਆ ਜੀ, ਅੰਦਰੋਂ ਹੀ ਘਟਨਾ ਵਾਪਰੀ ਤੇ ਹੁਣ ਇਹ ਨਿੱਜੀ ਮਸਲਾ ਬਣ ਗਿਆ, ਸ਼ੋਸ਼ਣ ਦਾ ਮਸਲਾ ਬਣ ਗਿਆ। ਪਰ ਕੀ ਸੱਚਾਈ ਇਹੀ ਹੈ ਜਾਂ ਇਹਦੇ ਪਿੱਛੇ ਵੀ ਕੋਈ ਹੋਰ ਹੈ ਅਜੇ? ਸੋ ਉਹਦੀ ਅਜੇ ਪਰਸ ਫਰੋਲੀ ਆਉਣੀ ਚਾਹੀਦੀ। ਪਰ ਜੇਕਰ ਜੋ ਪੁਲਿਸ ਨੇ ਤੱਥ ਰੱਖੇ ਨੇ, ਹੁਣ ਜਿਹੜੇ ਹਵਾਲੇ ਨਾਲ ਉਹਨਾਂ ਨੇ ਕਿਹਾ ਪ੍ਰੈਸ ਕਾਨਫਰੰਸ ਕਰਕੇ, ਆਹ ਘਟਨਾਕ੍ਰਮ ਸਾਬਤ ਕਰਦੇ ਨੇ ਕਿ ਜਿਹੜਾ ਉਹ ਦੇਸਾਈ ਹੈ ਉਸੇ ਨੇ ਜਾਨ ਲਈ ਹੈ ਨਾ, ਦੇ ਇੱਕ ਹੀ ਨਾਂ ਉਹਦਾ ਮੋਹਨ ਦੇਸਾਈ ਜੀ। ਸੋ ਮੋਹਨ ਦੇਸਾਈ ਜਿਹੜਾ ਇਹਨਾਂ ਦਾ ਸਾਥੀ ਹੈ, ਜੇਕਰ ਉਹੀ ਇੱਕ ਕਾਰਨ ਹੈ ਕਿ ਹਾਂ ਉਹਦੇ ਨਾਲ ਸ਼ੋਸ਼ਣ ਹੁੰਦਾ ਸੀ, ਉਹਦੇ ਨਾਲ ਧੱਕਾ ਹੁੰਦਾ ਸੀ, ਉਹਦੇ ਨਾਲ ਬੱਸ ਰੁਕੀ ਹੁੰਦੀ ਸੀ, ਇਸ ਲਈ ਉਹਨੇ ਜਾਨ ਲਈ ਹੈ, ਫਿਰ ਇੱਕ ਹੋਰ ਨਵਾਂ ਸਵਾਲ ਖੜਾ। ਬਿਲਕੁਲ ਜਤਿੰਦਰ ਜੀ, ਜਦੋਂ ਇਹ ਗੱਲ ਸਾਹਮਣੇ ਆਈ ਕਿ ਕੁਹਾੜੀ ਲੈ ਕੇ ਇੱਕ ਬੰਦਾ ਅੰਦਰ ਆਇਆ ਜੀ, ਇੱਕ ਬੰਦਾ ਰਫਲ ਲੈ ਕੇ ਆਇਆ, 2 ਜਣੇ ਆਏ ਚਿੱਟੇ ਕੁੜਤੇ ਪਜਾਮੇ ਪਾਏ, ਮੂੰਹ ਢਕੇ, ਤੇ ਉਹ ਤੋਂ ਬਾਅਦ ਜੀ ਉਹ ਰਫਲ ਸਣੇ ਜੰਗਲ 'ਚ ਭੱਜ ਗਏ, ਡਰੋਨ ਲੈ ਕੇ ਵੀ ਜੰਗਲ ਫਰੋਲ ਲਿਆ, ਹੈਲੀਕਾਪਟਰ ਰਾਹੀਂ ਵੀ ਜੰਗਲ ਫਰੋਲ ਲਿਆ, CCTV ਕੈਮਰੇ ਵੀ ਫਰੋਲ ਲਏ, ਛਾਉਣੀ ਦੇ ਵੀ ਕੈਮਰੇ ਫਰੋਲ ਲਏ, ਬਾਹਰ ਲੱਗੇ ਕੈਮਰੇ ਫਰੋਲ ਲਏ, ਬਾਜ਼ਾਰ, ਦੁਕਾਨਾਂ, ਸਾਰੇ ਬਠਿੰਡੇ ਦੇ ਆਲੇ ਦੁਆਲੇ ਦੇ ਖੇਤਰ ਦੇ ਕੋਈ ਸ਼ੱਕੀ ਬੰਦਾ ਨਜ਼ਰ ਨਹੀਂ ਆਇਆ ਜੀ। ਤੇ ਉਸ ਦਿਨ ਆਪਾਂ ਗੱਲ ਕਰ ਰਹੇ ਸੀ ਕਿ ਇਹਦਾ ਮਤਲਬ ਅੰਦਰ ਜਾਂਚ ਦੀ ਲੋੜ ਹੈ, ਬਿਲਕੁਲ ਅੰਦਰ ਸ਼ੰਕੇ ਸ਼ੋਭੇ ਆ। ਹੁਣ ਫੌਜ ਦੀਆਂ ਆਪਣੀਆਂ ਟੀਮਾਂ ਨੇ ਵੀ ਜਾਂਚ ਕੀਤੀ ਜੀ, ਪੁਲਿਸ ਨੇ ਵੀ ਜਾਂਚ ਕੀਤੀ। ਉਹ ਕਹਿੰਦੇ ਕਿ ਇਸ ਬੈਰਕ ਦੇ ਵਿੱਚ ਜਿਹੜੇ ਉਹ 4 ਜਵਾਨ ਸੀ, ਉਹਨਾਂ ਨਾਲੇ 5ਵਾਂ ਸਾਥੀ ਉਹਨਾਂ ਦਾ ਮੋਹਨ ਦੇਸਾਈ ਵੀ ਉਹਨਾਂ ਦਾ ਹੀ ਸਾਥੀ ਸੀ ਜੀ। ਹੁਣ ਕਹਿੰਦੇ ਜੀ ਉਹਨੇ ਆਪਣਾ ਗੁਨਾਹ ਕਬੂਲ ਕਰ ਲਿਆ, ਉਸੇ ਨੇ ਰਫਲ ਚੋਰੀ ਕੀਤੀ ਸੀ, ਉਸੇ ਨੇ ਕਹਾਣੀ ਘੜੀ ਸੀ ਕਿ 2 ਕੁੜਤੇ ਪਜਾਮੇ ਵਾਲੇ ਬੰਦੇ ਆਏ, ਉਸੇ ਨੇ ਉਹਨਾਂ ਦੇ ਮੂੰਹ ਟਕਾਏ ਸੀ ਕਹਿਣ ਲਈ, ਉਸੇ ਨੇ ਉਸੇ ਕਹਾਣੀ ਦੇ ਤਹਿਤ ਕਿਹਾ ਕਹਾੜੀ ਵੀ ਸੀ, ਉਹਨਾਂ ਕੋਲ ਇੱਕ ਕੋ ਰਫਲ ਵੀ ਸੀ। ਉਹ ਕਹਿੰਦੇ ਜਦੋਂ ਪੋਸਟਮਾਰਟਮ ਹੋਇਆ 4 ਜਵਾਨਾਂ ਦਾ ਤਾਂ ਉਹਦੇ ਵਿੱਚ ਕਿਸੇ ਦੇ ਵੀ ਸਰੀਰ ਤੇ ਕੋਈ ਹੋਰ ਬਾਹਰੀ ਜ਼ਖਮ, ਕੋਈ ਬਾਹਰੀ ਨਿਸ਼ਾਨ ਨਹੀਂ ਆਇਆ ਸਿਵਾਏ ਗੋਲੀਆਂ ਤੋਂ। ਤੇ ਗੋਲੀਆਂ ਦੇ ਵੀ ਕਹਿੰਦੇ ਕਿ ਇੱਕ ਪਹਿਲਾਂ ਹੀ ਪਹਿਲਾ ਫਾਇਰ ਉਹਦਾ ਖਾਲੀ ਚੱਲ ਗਿਆ, ਜਿਹਦੇ ਕਰਕੇ ਉਹ ਉਹਨੇ ਜੇਬ 'ਚ ਰੱਖ ਲਿਆ, 19 ਉੱਥੇ ਲੱਭ ਗਏ, 20 ਚੱਲੇ। ਸੋ ਇਸ ਲਈ ਕਹਿੰਦੇ ਜੀ ਉਸ ਤੋਂ ਬਾਅਦ ਰਫਲ ਵੀ ਉਹ ਤੋਂ ਬਰਾਮਦ ਹੋ ਗਈ, ਸਾਰਾ ਕੁਝ ਹੋ ਗਿਆ ਤੇ ਉਸਨੇ ਗੁਨਾਹ ਕਬੂਲ ਕਰ ਲਿਆ। ਕਾਰਨ ਕਹਿੰਦੇ ਪੁਲਿਸ ਨੂੰ ਉਹਦੇ ਪਰ ਸ਼ੱਕ ਹੋ ਗਿਆ ਸੀ ਜੀ, ਉਹ ਫੌਜ ਕੋਲ ਬਿਆਨ ਹੋਰ ਦੇ ਰਿਹਾ ਸੀ, ਪੁਲਿਸ ਕੋਲ ਹੋਰ ਦੇ ਰਿਹਾ ਸੀ, ਤੇ ਉਹਦੇ ਢੰਗ ਤਰੀਕੇ ਉਹਨਾਂ ਨਾਲ ਬਦਲੇ ਹੋਏ ਸੀ। ਉਹ ਕਿਉਂਕਿ ਇੱਕ ਬਾਡੀ ਲੈਂਗੁਏਜ ਤੁਹਾਡਾ, ਇੱਕ ਚਿਹਰੇ ਦੇ ਹਾਵ ਭਾਵ, ਉਹ ਕਾਫੀ ਕੁਝ ਦੱਸ ਦਿੰਦੇ ਨੇ। ਸੋ ਇਸ ਲਈ ਕਹਿੰਦੇ ਕਿ ਜੇਕਰ ਇਹਨੂੰ, ਉਹਨਾਂ ਨੂੰ ਇਹ ਸੀਗਾ ਕਿ ਜੇ ਇਹਨੂੰ ਇਕੱਲੇ ਨੂੰ ਤਲਬ ਕੀਤਾ, ਇਕੱਲੇ ਨੂੰ ਬੁਲਾਇਆ ਤਾਂ ਇਹ ਕੋਈ ਹੋਰ ਅੰਜਾਮ ਨਾ ਦੇ ਦੇਵੇ ਘਟਨਾ ਨੂੰ, ਕਿਤੇ ਕੁਝ ਹੋਰ ਨਾ ਕਰ ਬੈਠੇ। ਇਸ ਲਈ ਕਹਿੰਦੇ 11 ਜਣਿਆਂ ਨੂੰ ਨੋਟਿਸ ਭੇਜਿਆ
ਤੇ 11 ਚ ਨੋਟਿਸ ਇਹਨੂੰ ਵੀ ਸੀ, ਤੇ ਇਸ ਲਈ ਕਹਿੰਦੇ ਕਿ ਮੋਹਨ ਦੇਸਾਈ ਨੂੰ ਲੱਗਿਆ ਕਿ ਕੋਈ ਗੱਲ ਨਹੀਂ, ਮੈਨੂੰ ਤਾਂ ਬਾਕੀਆਂ ਨਾਲ ਪੁੱਛਣ ਲਈ ਉਹ ਬੁਲਾਇਆ ਕਿ ਤਾਂ ਉਵੇਂ ਹੀ ਹੈ ਕਿ ਮੈਂ ਮੁੱਖ ਗਵਾਹ ਮੌਕੇ ਦਾ ਕਿ ਕਹਿੰਦੇ ਜਦੋਂ ਉੱਥੇ ਗਿਆ ਤੇ ਉਹਨਾਂ ਨੇ ਫੜ ਲਿਆ ਤੇ ਉਹਦੇ ਤੱਥ ਉਹਨਾਂ ਨੇ ਸਾਹਮਣੇ ਰੱਖਤੇ ਕਿ ਭਾਈ ਤੇਰੇ ਆਹ ਝੂਠ ਫੜੋਗੇ ਤੇ ਕਹਿੰਦੇ ਉਹ ਤੋਂ ਬਾਅਦ ਉਹ ਮੰਨ ਗਿਆ। ਹੁਣ ਸਵਾਲ ਇਹ ਹੈ ਕਿ ਜਿਹੜੀ ਗੱਲ ਆ ਰਹੀ ਹੈ ਕਿ ਨਿੱਜੀ ਮਸਲਾ ਜਾਂ ਸ਼ੋਸ਼ਣ, ਜੇ ਜਤਿੰਦਰ ਜੀ ਇਹ ਸਰੀਰਕ ਸ਼ੋਸ਼ਣ ਦਾ ਮਾਮਲਾ ਹੈ ਤਾਂ ਇਹ 4 ਜਵਾਨ ਜਿਹੜੇ ਮਾਰੇ ਗਏ ਉਹ ਵੀ, ਤੇ 5ਵਾਂ ਜਿਹਨੇ ਇਹ ਗੱਲ ਕਹਿ ਪੁਲਿਸ ਕਹਿ ਰਹੀ ਹੈ ਕਿ ਮੰਨਿਆ ਕਿ ਮੈਂ ਮਾਰੇ, ਇਹ 5 ਦੇ 5 ਅਣਵਿਆਹੇ ਨੇ, ਨੌਜਵਾਨ ਨੇ, ਜੇ 3 ਸਾਲ ਦੀ ਸਰਵਿਸ ਹੈ। ਤੇ ਉਸ ਦੌਰਾਨ ਜੇਕਰ ਇਹ ਕੁਝ ਵਾਪਰ ਰਿਹਾ ਅੰਦਰ ਕਿ ਆਪਣੇ ਹੀ ਸਾਥੀਆਂ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ, ਬਦਸਲੂਕੀ ਹੁੰਦੀ ਹੈ, ਉਹਨਾਂ ਨਾਲ ਦੁਰਵਿਵਹਾਰ ਕੁਝ ਹੋ ਰਿਹਾ, ਤਾਂ ਇਹਦਾ ਮਤਲਬ ਉਹਨਾਂ ਦੀ ਮਾਨਸਿਕ ਟ੍ਰੇਨਿੰਗ ਅਜੇ ਫੌਜੀਆਂ ਦੀ ਨਹੀਂ ਹੋਈ। ਬਿਲਕੁਲ, ਤੁਸੀਂ ਉਹਨਾਂ ਨੂੰ ਰਫਲ ਚਲਾਉਣੀ ਸਿਖਾਤੀ, ਤੁਸੀਂ ਦੁਸ਼ਮਣ ਫੌਜਾਂ ਨਾਲ ਲੜਨਾ ਸਿਖਾਤਾ, ਤੁਸੀਂ ਉਹਨਾਂ ਨੂੰ ਔਖੀਆਂ ਘਾਟੀਆਂ ਚੜ੍ਹਨੀਆਂ ਸਿਖਾਤੀਆਂ, ਪਰ ਆਪਣੇ ਨਿੱਜ ਨਾਲ ਕਿਵੇਂ ਨਜਿੱਠਣਾ ਹੈ, ਮਨ ਦੀਆਂ ਭਾਵਨਾਵਾਂ ਨਾਲ ਕਿਵੇਂ ਨਜਿੱਠਣਾ ਹੈ, ਪਰਿਵਾਰ ਨਾਲ ਉਹਨਾਂ ਦਾ ਰਾਬਤਾ ਕਿਵੇਂ ਬਣਿਆ ਰਹੇ, ਉਹ ਸਮਾਜਿਕ ਤੌਰ 'ਤੇ ਸਹੀ ਹੋ ਕੇ ਕਿਵੇਂ ਵਿਚਰ ਸਕਣ, ਆਪਣੇ ਸਾਥੀਆਂ ਨਾਲ ਵਿਵਹਾਰ ਕਿਹਾ, ਉਹਦੀ ਟ੍ਰੇਨਿੰਗ ਨਹੀਂ ਹੈ। ਜੇਕਰ ਇਹ ਘਟਨਾ ਇਹੀ ਹੈ, ਜੇਕਰ ਜਿਹੜੀ ਬਾਹਰ ਆ ਰਹੀ ਹੈ ਕਿ ਹਾਂ ਭਾਈ ਉੱਥੇ ਸ਼ੋਸ਼ਣ, ਤੇ ਫਿਰ ਇਹ ਇਕੱਲਾ ਇਹ ਨਹੀਂ, ਇੱਥੇ ਦਾ ਅੰਜਾਮ ਦੇਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆ ਗਿਆ। ਇਹਦਾ ਮਤਲਬ ਕਿੰਨੇ ਥਾਵਾਂ ਤੇ ਜਿਹੜੇ ਫੌਜੀਆਂ ਨੂੰ 2-2 ਸਾਲ ਛੁੱਟੀ ਨਹੀਂ, ਘਰੇ ਨਹੀਂ ਜਾ ਪਾਉਂਦੇ, ਪਰਿਵਾਰ ਨੂੰ ਨਹੀਂ ਮਿਲ ਪਾਉਂਦੇ, ਫਿਰ ਉੱਥੇ ਜਿਹੋ ਜਿਹਾ ਰਹਿਣਾ ਸਹਿਣਾ ਮਾਹੌਲ, ਉਹ ਸਾਰਾ ਕੁਛ ਉਹਨਾਂ ਦੇ ਲਈ ਕਿਸ ਮੁਸ਼ਕਲ ਭਰਿਆ ਹੋਊਗਾ। ਉਹਦੇ ਵਿੱਚੋਂ ਉਹਨਾਂ ਨੂੰ ਸਕੂਨ ਦੇਣਾ, ਸ਼ਾਂਤੀ ਦੇਣੀ, ਨਵੀਂ ਊਰਜਾ ਦੇਣੀ, ਨਵੀਂ ਚੇਤਨਾ ਦੇਣੀ, ਉਹ ਸਾਰਾ ਕੁਛ ਮਾਨਵਤਾ ਦਾ ਗਿਆਨ ਦੇਣਾ, ਉਹਦੇ ਲਈ ਉਹਨਾਂ ਦੇ ਕੋਲ ਸਮਾਂ ਕਦੋਂ ਹੈ? ਬਿਲਕੁਲ। ਸੋ ਇਸ ਲਈ ਕਿਤੇ ਇਸ ਘਟਨਾ ਨੇ, ਇਸ ਸੱਚ ਨੇ ਇੱਕ ਨਵਾਂ ਸਵਾਲ ਵੀ ਖੜਾ ਕਰ ਦਿੱਤਾ ਕਿ ਸਾਡੀਆਂ ਇਹ ਫੋਰਸਾਂ ਕਿਸ ਮਾਨਸਿਕ ਸਥਿਤੀ ਚੋਂ ਲੰਘਦੀਆਂ ਨੇ, ਉਹਨਾਂ ਦੇ ਲਈ ਉਹ ਮਾਨਸਿਕ ਸਕੂਨ ਦੇ ਲਈ ਕੁਝ ਕਰਨ ਦੀ ਲੋੜ ਹੈ, ਉਹਦੇ ਤੇ ਗੌਰ ਕਰਨ ਦੀ ਲੋੜ ਹੈ। ਨਹੀਂ ਇਹ ਜਿਹੀਆਂ ਹੋਰ ਘਟਨਾਵਾਂ ਸਾਹਮਣੇ ਆਉਣਗੇ ਮੰਦਭਾਗੀ ਗੱਲ। ਸੋ ਇਸ ਪਹਿਲੂ ਨੇ ਨਵੇਂ ਸਵਾਲ ਪੈਦਾ ਕੀਤੇ। ਬਿਲਕੁਲ। ਤਾਂ ਦੀਪ ਜੀ, ਤੁਹਾਨੂੰ ਯਾਦ ਹੋਣਾ ਹੈ ਕਿ ਸਰਦੀਆਂ ਦੇ ਵਿੱਚ ਵੀ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਬਿਜਲੀ ਸੰਕਟ ਨੂੰ ਲੈ ਕੇ ਲਗਾਤਾਰ ਚਰਚਾ ਕੀਤੀ ਸੀ ਕਿ ਗਰਮੀਆਂ ਦੇ ਵਿੱਚ ਜੋ ਬਿਜਲੀ ਸੰਕਟ ਆ ਉਹ ਵੇਖਣ ਨੂੰ ਮਿਲੇਗਾ, ਤੇ ਕੱਲ ਵੀ ਗੱਲਬਾਤ ਕੀਤੀ ਸੀ ਕਿ 8 ਦਿਨਾਂ ਦੇ ਵਿੱਚ 1200 ਮੈਗਾਵਾਟ ਬਿਜਲੀ ਦੀ ਮੰਗ ਵਧੀ ਹੈ। ਪੰਜਾਬ 'ਚ ਬਿਜਲੀ ਦੇ ਕੱਟ ਵੀ ਲੱਗ ਰਹੇ ਨੇ, ਪਰ ਹੁਣ ਮੰਨਿਆ ਜਾ ਰਿਹਾ ਕਿ ਬਿਜਲੀ ਦੇ ਕੱਟ ਵੀ ਪੰਜਾਬ 'ਚ ਲੱਗ ਰਹੇ ਨੇ ਤੇ ਪੰਜਾਬ ਦੀ ਹੀ ਜੇਬ ਕੱਟੀ ਜਾ ਰਹੀ ਹੈ। ਕੀ ਮਸਲਾ ਕੀ ਹੈ? ਬਿਲਕੁਲ ਜਿੰਦਰ ਜੀ, ਆਪਾਂ ਸਰਦੀਆਂ ਤੋਂ ਹੀ ਇਸ ਪਹਿਲੂ ਤੇ ਚਰਚਾ ਲਗਾਤਾਰ ਕਰਦੇ ਆ ਰਹੇ ਸੀ ਕਿ ਇਹ ਮੁਫਤ ਬਿਜਲੀ ਵਾਲੀ ਯੋਜਨਾ ਜੀ, ਇਹ ਜੀ ਖਜ਼ਾਨਾ ਭਰਨ ਵਾਲੀ ਸਕੀਮਾਂ, ਇਹ ਜੀ ਅਸੀਂ ਸਰਪਲਸ ਸੂਬਾ ਜੀ, ਇਹ ਬਾਦਲਾਂ ਤੋਂ ਰੌਲਾ ਪੈਂਦਾ ਹੁੰਦਾ ਜੀ ਤੇ ਉਹਦੇ ਬਾਵਜੂਦ ਪੰਜਾਬ 'ਚ ਇੱਕ ਹਾਹਾਕਾਰ ਮਚਣੀ ਹੈ ਜੀ, ਖਾਸ ਕਰ ਝੋਨੇ ਸੀਜ਼ਨ ਤੱਕ ਆਉਂਦੇ ਹੁੰਦੇ। ਅਜੇ ਤਾਂ ਅਪ੍ਰੈਲ ਮਹੀਨਾ ਭਾਈ, ਬਿਲਕੁਲ ਅਜੇ ਤਾਂ ਮਈ ਨਹੀਂ ਆਇਆ, ਜੂਨ ਜੁਲਾਈ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਜਦੋਂ ਝੋਨੇ ਦਾ ਸੀਜ਼ਨ ਪੀਕ ਤੇ ਆਉਣਾ, ਝੋਨਾ ਲੱਗਣਾ, ਉਹਨੂੰ ਪਾਣੀ ਦਾਣਾ ਸਾਰਾ ਕੁਝ, ਉਸ ਦੌਰ ਦੇ ਵਿੱਚ ਫਿਰ ਬਿਜਲੀ ਕਿੱਥੋਂ ਪੂਰਤੀ ਕਰੋਗੇ? ਅੱਜ ਦੀ ਸਥਿਤੀ 'ਚ ਆਪਾਂ ਹਲੇ ਕੱਲ ਹੀ ਗੱਲ ਕਰਕੇ ਹਟਿਆ ਕਿ 8 ਦਿਨਾਂ 'ਚ 1200 ਮੈਗਾਵਾਟ ਤੱਕ ਦੀ ਮੰਗ ਵੱਧ ਗਈ। ਇੱਕ ਦਿਨ ਦੇ ਵਿੱਚ 16,000 ਸ਼ਿਕਾਇਤਾਂ ਰਜਿਸਟਰਡ ਹੋ ਰਹੀਆਂ ਨੇ ਤੇ ਤੁਸੀਂ ਕਹਿੰਦੇ ਹੋ 10,000 ਸ਼ਿਕਾਇਤਾਂ ਅਸੀਂ ਨਿਬੇੜਤੀਆਂ, 6,000 ਪੈਂਡਿੰਗ ਨੇ, 11,000 ਪਿਛਲੇ ਦਿਨ ਦੇ ਨੇ, 17,000 ਇੱਕ ਦਿਨ 'ਚ ਸ਼ਿਕਾਇਤਾਂ ਪੈਂਡਿੰਗ ਪਈਆਂ ਨੇ, 16,000 ਨਵੀਆਂ ਰਜਿਸਟਰਡ ਹੋਈ ਜਾਂਦੀਆਂ ਨੇ। ਸੋ ਇਸ ਲਈ ਇਸ ਸਥਿਤੀ 'ਚੋਂ ਨਜਿੱਠਣ ਦੇ ਲਈ ਫਿਰ ਸਰਕਾਰ ਕਰੂਗੀ ਕੀ? ਕਹਿੰਦੇ ਜੀ ਬਾਦਲਾਂ ਦੇ ਰਾਜ 'ਚ ਸੁਖਬੀਰ ਬਾਦਲ ਕਹਿੰਦਾ ਪਾਕਿਸਤਾਨ ਨੂੰ ਵੇਚਣੀ ਹੈ ਬਿਜਲੀ, ਇੰਨੀ ਸਰਪਲਸ ਹੋ ਗਈ ਤੇ ਇੱਧਰ ਕਾਂਗਰਸੀ ਤੇ ਆਪ ਵਾਲੇ ਕਹਿੰਦੇ ਜੀ ਇਹ ਥਰਮਲ ਪਲਾਂਟ ਜਾਲੀ ਲਾ ਦੇ ਜੀ, ਅਸੀਂ ਤਾਂ ਬੰਦ ਕਰਾਂਗੇ। ਨਾ ਤਾਂ ਪਾਕਿਸਤਾਨ ਨੂੰ ਬਿਜਲੀ ਵੇਚ ਹੋਈ, ਨਾ ਥਰਮਲ ਪਲਾਂਟ ਬੰਦ ਹੋਏ। ਉਹ ਜਿਹੜੀ ਕੋਲੇ ਦੀ ਟ੍ਰੇਨ ਨੂੰ ਝੰਡੀ ਦੇ ਕੇ ਭਗਵੰਤ ਮਾਨ ਨੇ ਤੋਰੀ ਸੀ, ਉਹ ਟ੍ਰੇਨ ਮੁੜ ਕੇ ਨਹੀਂ ਮੈਨੂੰ ਲੱਭੀ, ਕਿੱਥੇ ਆਈ ਕਿੱਥੇ ਗਈ। ਪਰ ਹਾਂ, ਪੰਜਾਬ 'ਚ ਬਿਜਲੀ ਢੋਣੀ ਪੈ ਰਹੀ ਆ, ਕੋਲਾ ਪਤਾ ਨਹੀਂ ਪੂਰਾ ਆਉਂਦਾ ਕਿ ਨਹੀਂ ਆਉਂਦਾ, ਪਰ ਬਿਜਲੀ ਧੜਾ ਧੜਾ ਆ ਰਹੀ ਹੈ। ਜਤਿੰਦਰ ਜੀ 56% ਮਹਿੰਗੀ ਬਿਜਲੀ ਖਰੀਦ ਰਿਹਾ ਹੁਣ ਪੰਜਾਬ, ਅਪ੍ਰੈਲ ਮਹੀਨੇ 'ਚ, ਮਤਲਬ 3 ਅਪ੍ਰੈਲ ਨੂੰ ਜਿਹੜੀ ਅਸੀਂ 3 ਰੁਪਏ 91 ਪੈਸੇ ਨੂੰ ਖਰੀਦ ਰਹੇ ਸੀ, ਹੁਣ ਉਹ ਬਿਜਲੀ ਅਸੀਂ 7 ਰੁਪਏ 55 ਪੈਸੇ ਯੂਨਿਟ ਨੂੰ ਖਰੀਦ ਰਹੇ ਹਾਂ। ਲਗਭਗ ਦੁੱਗਣੀ ਤੋਂ ਉੱਪਰ ਚਲੀ ਗਈ, 56% ਇਜ਼ਾਫਾ ਹੋ ਗਿਆ। ਇਹ ਕਿਹਦੇ ਤੇ ਬੋਝ ਪੈਣਾ? ਇਹ ਪੰਜਾਬ ਦੇ ਲੋਕਾਂ ਦੀ ਬੋਝ ਪੈਣਾ, ਪੰਜਾਬ ਦੇ ਸਿਰ ਤੇ ਹੀ ਪੈਣਾ, ਪੰਜਾਬ ਦੇ ਖਜ਼ਾਨੇ। 92 MLA ਨੇ ਆਪਣੀ ਜੇਬ 'ਚ ਤਾਂ ਦੇ ਨਹੀਂ ਦੇਣੇ। ਮਤਲਬ ਚਿੱਠੀਆਂ ਦੇ ਕੇ ਭੇਜਤੇ ਰਾਜਸਭਾ ਮੈਂਬਰ ਬੜੇ ਘਰਾਣੇ ਵਾਲੇ, ਉਹਨਾਂ ਨੇ ਤਾਂ ਜੇਬ 'ਚੋਂ ਭਰ ਨਹੀਂ ਦੇਣੇ। ਬੋਝ ਲੋਕਾਂ ਦੇ, ਟੈਕਸ ਦਾ ਬੋਝ ਲੋਕਾਂ ਦੇ, ਉਹਨਾਂ ਦੀ ਜੇਬ 'ਚੋਂ ਕਟੌਤੀ ਹੋਣੀ। ਕਹਿੰਦੇ ਜੀ 0 ਬਿੱਲ ਆਉਂਦਾ ਸਾਰੇ ਪੰਜਾਬ ਦਾ, ਆਊਗਾ ਹੀ ਭਾਈ, ਅਗਲੇ ਤਾਂ ਬਿਜਲੀ ਨਹੀਂ ਆਉਂਦੀ। ਪੰਜਾਬ 'ਚ 8-8 ਘੰਟੇ ਬਿਜਲੀ ਦੇ ਕੱਟ ਨੇ ਤੇ ਬਿਲਕੁਲ ਦਾਅਵੇ ਸਰਕਾਰ ਦੇ ਬਿਲਕੁਲ ਸੱਚ ਨੇ ਕਿ ਬਿਜਲੀ ਝਪੱਕਾ ਨਹੀਂ ਮਾਰਦੀ, ਆਉਂਦੀ ਉਹ ਨਹੀਂ, ਜਦ ਝਪੱਕਾ ਕੀ ਮਾਰੂਗੀ? 8 ਘੰਟੇ ਬਾਅਦ ਜੇ ਆਉਂਦੀ ਆ, ਹਲੇ ਪਾਣੀ ਵਾਲੀ ਬੋਤਲ ਨਹੀਂ ਠੰਡੀ ਹੋਈ ਹੁੰਦੀ, ਜਾਨੂੰ ਫਿਰ ਬਿਜਲੀ ਚਲੀ ਜਾਂਦੀ ਆ। ਸੋ ਇਸ ਲਈ ਇਸ ਸਥਿਤੀ 'ਚੋਂ ਪੰਜਾਬ ਲੰਘ ਰਿਹਾ ਕਿ ਪਿੰਡਾਂ 'ਚ 8-8 ਘੰਟੇ ਦੇ ਕੱਟ ਤੇ ਪੰਜਾਬ ਦੀ ਹੁਣ ਮੁੱਲ ਬਿਜਲੀ ਖਰੀਦਣ ਦੇ ਚੱਕਰ 'ਚ ਜੀਭ ਕੱਟੀ ਜਾ ਰਹੀ ਹੈ। ਚਲੋ ਅੰਕੜੇ ਦੱਸਦੇ ਨੇ ਕਿ ਹਾਲ ਹੀ ਦੇ ਦੌਰਾਨ ਪੰਜਾਬ ਨੇ 178 ਕਰੋੜ ਦੀ ਬਿਜਲੀ ਖਰੀਦ ਲਈ, 178 ਕਰੋੜ ਦੀ। 3 ਅਪ੍ਰੈਲ ਨੂੰ ਅਸੀਂ 3 ਰੁਪਏ 91 ਪੈਸੇ ਦੇ ਹਿਸਾਬ ਨਾਲ 21.4 ਮਿਲੀਅਨ ਯੂਨਿਟ ਬਿਜਲੀ ਖਰੀਦੀ
ਤੇ ਉਹ ਤੋਂ ਬਾਅਦ 4 ਅਪ੍ਰੈਲ ਤੋਂ ਲੈ ਕੇ 9 ਅਪ੍ਰੈਲ ਤੱਕ ਅਸੀਂ 4 ਰੁਪਏ 24 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ 152 ਮਿਲੀਅਨ ਯੂਨਿਟ ਤੋਂ ਵੱਧ ਬਿਜਲੀ ਖਰੀਦੀ। ਤੇ ਉਸ ਤੋਂ ਬਾਅਦ ਆ ਹੁਣ 15 ਅਪ੍ਰੈਲ ਨੂੰ ਅਸੀਂ ਜੀ 7 ਰੁਪਏ 55 ਪੈਸੇ ਮਤਲਬ 3 ਰੁਪਏ 91 ਪੈਸੇ ਵਾਲਾ ਯੂਨਿਟ ਅਪ੍ਰੈਲ ਦੇ 15 ਦਿਨਾਂ ਦੇ ਅੰਦਰ ਅੰਦਰ ਹੀ 7 ਰੁਪਏ 55 ਪੈਸੇ ਹੋ ਗਿਆ। ਤੇ ਬਿਜਲੀ ਖਰੀਦੀ ਅਸੀਂ 18.53 ਮਿਲੀਅਨ ਯੂਨਿਟ ਤੇ ਹੁਣ ਤੱਕ ਅਸੀਂ 178 ਕਰੋੜ ਦੀ ਬਿਜਲੀ ਖਰੀਦ ਚੁੱਕੇ ਹਾਂ 56% ਦੀ ਵਾਧੇ ਨਾਲ। ਤੇ ਪੰਜਾਬ ਦੀ ਜੇਬ ਨਹੀਂ ਕੱਟੀ ਜਾ ਰਹੀ ਤੇ ਹੋਰ ਕੀ ਹੈ। ਬਿਲਕੁਲ ਹਾਂ, ਮੁੱਖ ਮੰਤਰੀ ਸਾਹਿਬ ਨੇ ਕਿਤੇ ਕਾਗਜ਼ ਭਰਾਉਣੇ ਹੁੰਦੇ ਨੇ, ਕਿਤੇ ਰੈਲੀ ਕਰਨੀ ਹੁੰਦੀ ਹੈ, ਕਿਤੇ ਜ਼ਮੀਨੀ ਚੋਣ ਦਾ ਫਿਕਰ ਹੈ, ਕਿਤੇ ਆਪਣੇ ਆਕਾਂ ਨੂੰ ਬਚਾਉਣ ਦਾ ਫਿਕਰ ਹੈ। ਸਰਕਾਰ, ਮੰਤਰੀ, ਰਾਜ ਸਭਾ ਮੈਂਬਰ, MLA ਸਭ ਬਿਠਾਏ ਨੇ ਧਰਨੇ ਤੇ ਉੱਥੇ। ਸੋ ਕੇਜਰੀਵਾਲ ਦੇ ਮਗਰ ਨਾਅਰੇ ਲਾਓ, ਉਹ ਭਾਈ ਪੰਜਾਬ ਬਚਾਓ। ਤੁਹਾਨੂੰ 92 MLA ਨੂੰ ਪੰਜਾਬ ਬਚਾਉਣ ਲਈ ਚੁਣਿਆ। ਤੁਸੀਂ ਕਹਿੰਦੇ ਬਾਕੀਆਂ ਨੇ ਲੁੱਟ ਲਿਆ, ਤੇ ਜੇ ਬਾਕੀਆਂ ਨੇ ਲੁੱਟ ਲਿਆ ਤੁਸੀਂ ਤਾਂ ਬਚਾ ਲਓ। ਸੋ ਇਸ ਲਈ ਪੰਜਾਬ ਦੀ ਜੇਬ ਵੀ ਕੱਟੀ ਜਾ ਰਹੀ ਹੈ, ਪੰਜਾਬ ਨੂੰ ਬਿਜਲੀ ਵੀ ਪੂਰੀ ਮਿਲ ਰਹੀ ਹੈ। ਅਜੇ ਝੋਨੇ ਦਾ ਸੀਜ਼ਨ ਪਿਆ, ਅਜੇ ਪੀਕ ਗਰਮੀ ਦਾ ਸੀਜ਼ਨ ਪਿਆ। ਇਸ ਸਥਿਤੀ 'ਚ ਇਹ ਹਾਲਾਤ ਆਉਣ ਵਾਲੇ ਮਹੀਨਿਆਂ 'ਚ ਕੀ ਹਾਲ ਹੋਊਗਾ। ਪਾਵਰਕਾਮ ਆਰਥਿਕ ਤੌਰ ਤੇ ਵੀ ਲਾਚਾਰ ਹੋ ਚੁੱਕਿਆ, ਬਿਜਲੀ ਪੱਖੋਂ ਵੀ ਉਹਦੀਆਂ ਦਿੱਕਤਾਂ ਵੱਧ ਗਈਆਂ। ਇਸ ਲਈ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਹਾਲ ਜੋ ਹੋਣ ਵਾਲਾ ਹੈ ਉਹ ਬਹੁਤ ਫਿਕਰਮੰਦੀ ਵਾਲਾ। ਇਸ ਗੱਲ ਦੇ ਉੱਤੇ ਸਰਕਾਰ ਹੁਣ ਤੋਂ ਗੰਭੀਰਤਾ ਨਾਲ ਗੌਰ ਕਰੇ। ਐ ਮੁੱਲ ਖਰੀਦ ਕੇ ਪਿਛਲੇ ਸਰਕਾਰਾਂ ਵੀ ਖਰੀਦੀਆਂ ਸੀ ਜੀ, ਉਹ ਸਾਰੇ ਬਜਟ ਰੱਖੇ ਜਾਂਦੇ ਸੀ ਉਹਦੇ ਲਈ। ਹਾਂ, ਪਰ ਆਹ ਜਿਹੜੀ ਸਥਿਤੀ ਅਚਾਨਕ ਹੁਣ ਹੋਈ ਆ, ਪਰ ਪੰਜਾਬ 'ਚ ਇਦਾਂ ਪਿਛਲੇ ਕੁਝ ਸਾਲਾਂ ਤੋਂ ਬਿਜਲੀ ਦੀ ਕਮੀ ਨਹੀਂ ਆਈ ਸੀ ਜਾਂ ਇਹੀ ਜੀ ਕਿੱਲਤ ਦਾ ਹੁਣ ਸਾਹਮਣਾ ਨਹੀਂ ਕਰ ਰਹੀ ਸੀ। ਪਿਛਲੇ 5-7 ਸਾਲਾਂ ਤੋਂ ਇਹ ਸਿਸਟਮ ਠੀਕ ਹੁੰਦਾ ਜਾ ਰਿਹਾ ਸੀ ਤੇ ਆਸ ਸੀ ਕਿ ਇਹਨਾਂ ਨੂੰ ਤਾਂ ਤਜਰਬਾ ਬਹੁਤ ਹੈ। ਇਹ ਤਾਂ ਦਿੱਲੀ ਵਾਲਾ ਤਜਰਬਾ ਲਿਆਏ ਨੇ, ਦਿੱਲੀ 'ਚ ਸਾਰੀ ਸਕੀਮ ਇਹਨਾਂ ਦੀ ਦਿੱਲੀ ਮਾਡਲ ਹੈਗਾ। ਸੋ ਰਾਜਧਾਨੀ ਵਾਲਾ ਮਾਡਲ ਲਿਆ ਕੇ ਇੱਥੇ ਪਤਾ ਨਹੀਂ ਕੀ ਨਵਾਂ ਹੋ ਜਾਣਾ। ਸੋ ਇਸ ਲਈ ਉਸ ਮਾਡਲ ਤੋਂ ਆਸ ਬਹੁਤ ਸੀ ਤੇ ਹੁਣ ਆਸ ਵੀ ਟੁੱਟ ਗਈ, ਬਿਜਲੀ ਦੀ ਤਾਰ ਵੀ ਟੁੱਟ ਗਈ ਤੇ ਖਜ਼ਾਨੇ 'ਚ ਮੋਰੀ ਵੀ ਹੋ ਗਈ। ਸੋ ਪੰਜਾਬ ਦੀ ਜੇਬ ਵੀ ਕੱਟੀ ਗਈ ਤੇ ਪੰਜਾਬ 'ਚ ਬਿਜਲੀ ਦੇ ਕੱਟ ਵੀ ਬਰਕਰਾਰ ਨੇ। ਬਿਲਕੁਲ ਦੇਵ ਜੀ, ਤੁਸੀਂ ਪੰਜਾਬ ਸਰਕਾਰ ਦੀ ਗੱਲਬਾਤ ਕਰ ਰਹੇ ਹੋ ਤੇ ਉੱਥੇ ਹੀ ਹਾਈ ਕੋਰਟ ਦੇ ਵਿੱਚ 5-6 ਸਾਲਾਂ ਤੋਂ ਬੰਦ ਪਈਆਂ ਸੀ ਰਿਪੋਰਟਾਂ ਜਿਹੜੀਆਂ ਕੱਲ ਖੋਲੀਆਂ ਗਈਆਂ ਨੇ ਤੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਵੱਡੀ ਕਾਰਵਾਈ ਕੀਤੀ ਗਈ ਹੈ। ਇੱਕ ਸੀਨੀਅਰ ਅਧਿਕਾਰੀ ਨੇ ਰਾਜਜੀਤ ਸਿੰਘ, ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਖੁਦ CM ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਇਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ, ਇਸ ਦੇ ਨਾਲ ਨਸ਼ੇ ਦਾ ਮੁੱਦਾ ਮੁੱਕ ਗਿਆ ਜਾਂ ਫਿਰ ਸ਼ੁਰੂ ਹੋ ਗਿਆ। ਬਿਲਕੁਲ ਜੀ, ਮੈਂ ਦੇਖ ਰਿਹਾ ਸੀਗਾ ਕਿ PCS ਅਧਿਕਾਰੀ ਨੇ ਜੀ, ਮੌਜੂਦਾ AIG ਨੇ NRI ਵਿੰਗ ਦੇ ਜੀ, ਤੇ ਰਾਜਜੀਤ ਹੋਰੀ ਦਾ ਕਾਰਜਕਾਲ ਲਗਾਤਾਰ ਜਿਹੋ ਜਿਹੇ ਥਾਵਾਂ ਤੇ ਰਿਹਾ, ਖਾਸ ਕਰ ਮਾਝੇ ਵਾਲੇ ਖੇਤਰ ਦੇ ਵਿੱਚ ਤੇ ਇਹਨਾਂ ਦੇ ਨਾਲ ਇੱਕ ਇੰਸਪੈਕਟਰ ਹੈ ਇੰਦਰਜੀਤ, ਤੇ ਉਹ ਰਿਕਾਰਡ ਖਾਸਾ ਕਹਿੰਦੇ ਜਿੱਥੇ ਆਪ ਜਾਂਦੇ ਸੀ ਉੱਥੇ ਉਹਨੂੰ ਨਾਲ ਲੈ ਜਾਂਦੇ ਸੀ। ਜਿੱਥੇ ਜਿੱਥੇ ਕਾਰਵਾਈਆਂ ਹੋਈਆਂ ਉਹ ਵਿਵਾਦਤ ਰਹੀਆਂ ਜੀ। ਅਚਾਨਕ 2013 ਤੋਂ ਬਾਅਦ ਇਹਨਾਂ ਦੀ ਜਾਇਦਾਦ ਵਧਣ ਲੱਗ ਗਈ ਜੀ। ਇਹਨਾਂ ਦੇ ਚੋਖਾ ਵਾਧਾ ਹੋ ਗਿਆ, ਇਸ ਲਈ ਇਸ ਤੇ ਨਜ਼ਰ ਰੱਖੀ ਜਾ ਰਹੀ ਸੀ। ਤੇ ਹੁਣ ਜਦੋਂ ਫਿਰ ਉਹ ਨਸ਼ੇ ਵਾਲੇ ਮਾਮਲੇ 'ਚ ਘਿਰੇ ਜੀ, ਉਹ ਸਿੱਟ ਬਣੀ, 3 ਮੈਂਬਰੀ ਸਿੱਟ ਦੇ ਲਿਫਾਫੇ ਸੀ ਜੀ, ਵਿੱਚ ਕੁਬਰ ਵਿਜੇ ਪ੍ਰਤਾਪ ਵੀ ਹੈ ਨਾ, ਤੇ ਉਹ ਚਟੋਪਾਧਿਆਏ ਵੀ, ਉਹ ਸਾਰੇ, ਤੇ ਉਹ 3 ਲਿਫਾਫੇ ਸਿੱਟ ਦੀ ਰਿਪੋਰਟ ਦੇ ਵੱਲੋਂ ਖੁੱਲ੍ਹ ਗਏ। ਚੌਥਾ ਨਹੀਂ ਖੁੱਲ੍ਹਿਆ ਸੀ ਅਜੇ, ਜਿਹੜਾ ਚਟੋਪਾਧਿਆਏ ਨੇ ਆਪਣੇ ਵੱਲੋਂ ਦਿੱਤੀ ਸੀ, ਉਹਦੇ ਪਰ ਅਜੇ ਬਹਿਸ ਜਾਰੀ ਹੈ। ਪਰ 3 ਦੇ ਹਵਾਲੇ ਨਾਲ ਕਹਿੰਦੇ ਜੀ ਜੋ ਕੋਰਟ ਨੇ ਨਿਰਦੇਸ਼ ਕੀਤੇ ਉਸ ਦੇ ਹਵਾਲੇ ਨਾਲ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਅਸੀਂ ਕਾਰਵਾਈ ਸ਼ੁਰੂ ਕਰਤੀ ਜੀ। ਸੋ ਉਸ ਦੇ ਤਹਿਤ ਕਹਿੰਦੇ ਜੀ ਇਹ ਰਾਜਜੀਤ ਦੇ ਖਿਲਾਫ ਕਾਰਵਾਈ ਹੈ ਤੇ ਤੁਰੰਤ ਬਰਖਾਸਤੀ ਦੇ ਹੁਕਮ ਦੇ ਤੇ ਤੇ ਉਹ ਤੋਂ ਬਾਅਦ ਕਹਿੰਦੇ ਐਕਸ਼ਨ ਮੋਡ ਦੇ ਵਿੱਚ ਵਿਜੀਲੈਂਸ ਨੂੰ ਕਹਿਤਾ ਕਿ ਜਾਂਚ ਕਰੋ ਇਹਦੀ ਆਮਦਨ ਦੀ, ਸਰੋਤਾਂ ਦੀ, ਸਾਰਿਆਂ ਦੀ, ਕਿੱਥੋਂ ਆਇਆ ਪੈਸਾ। ਹੁਣ AIG PCS ਅਧਿਕਾਰੀ ਵਿਜੀਲੈਂਸ 'ਚ ਰਿਹਾ ਕਿ ਉਹਦੇ ਖਿਲਾਫ ਉਹਦੀ ਹੀ ਪੁਲਿਸ, ਉਹਦੀ ਵਿਜੀਲੈਂਸ ਤਨਦੇਹੀ ਨਾਲ ਜਾਂਚ ਕਰ ਲੂਗੀ, ਜਾਂ ਇਸ ਤੋਂ ਬਾਅਦ ਪੁਲਿਸ ਦੇ ਖੇਮਿਆਂ 'ਚ ਨਵੀਂ ਖਲਬਲੀ ਹੈ ਕਿ ਅੱਜ ਰਾਜਜੀਤ ਦੀ ਵਾਰੀ ਹੈ, ਕੱਲ੍ਹ ਨੂੰ ਸਾਡੀ ਵੀ ਆਉਣੀ ਹੈ। ਕੀ ਇਕੱਲਾ ਰਾਜਜੀਤ ਹੀ ਪੰਜਾਬ ਦੇ ਸਾਰੇ ਡਰੱਗ ਮਾਫੀਆ ਦੀ ਅਗਵਾਈ ਕਰੀ ਜਾਂਦਾ ਸੀ, ਜਾਂ ਹੋਰ ਪੁਲਿਸ ਵਾਲੇ ਵੀ ਹੈਗੇ, ਜਾਂ ਇਹ ਪੁਲਿਸ ਵਾਲੇ ਸਿਰਫ ਕੜੀਆਂ ਨੇ, ਮੁੱਖ ਕੜੀ ਕੋਈ ਹੋਰ ਹੈ। ਬਿਲਕੁਲ, ਕਿਉਂਕਿ ਚਿੱਟ ਕੱਪੜੀਏ ਤੇ ਖਾਕੀ ਵਰਦੀ ਤੋਂ ਬਿਨਾਂ ਮਿਲੇ ਬਿਨਾਂ ਨਹੀਂ ਇਹ ਹੁੰਦਾ। ਸੋ ਇਸ ਲਈ ਰਾਜਨੀਤਿਕ ਲੀਡਰ, ਸਿਆਸੀ ਲੀਡਰ ਔਰ ਪ੍ਰਸ਼ਾਸਨ, ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਇਸ ਨੈਕਸਸ ਦੇ ਵਿੱਚ ਨਾ ਤੋੜਿਆ ਜਾ ਸਕਦਾ, ਇਹਨੂੰ ਨਾ ਇਸ ਨੂੰ ਇਕੱਠਾ ਕੀਤਾ ਸਕਦਾ। ਸੋ ਇਸ ਲਈ ਇਸ ਨੂੰ ਚਲਾਉਣ 'ਚ ਵੀ ਤੇ ਇਸ ਨੂੰ ਖਤਮ ਕਰਨ 'ਚ ਵੀ ਜੇਕਰ ਭੂਮਿਕਾ ਨਿਭਾ ਸਕਦੀ ਤਾਂ ਇਹੀ ਧਿਰਾਂ ਨੇ। ਹੁਣ ਸਵਾਲ ਇਹ ਹੈ ਕਿ ਕਹਿੰਦੇ ਕੈਪਟਨ ਦੇ ਟਾਈਮ 'ਚ ਵੀ ਇੱਕ ਵਾਰ ਕੋਸ਼ਿਸ਼ ਹੋਈ ਸੀ ਕਿ ਪੁਲਿਸ ਦੇ ਅੰਦਰ ਜਿਹੜੀਆਂ ਮਤਲਬ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਹੱਥ ਪਾਇਆ ਜਾਵੇ, ਤੇ ਕਹਿੰਦੇ ਕੋਸ਼ਿਸ਼ ਹੋਈ ਤਾਂ ਪੁਲਿਸ ਲੋਬੀ ਇਕੱਠੀ ਹੋ ਕੇ ਚਲੀ ਗਈ ਸੀ ਤੇ ਕੈਪਟਨ ਨੂੰ ਚੁੱਪ ਕਰਨਾ ਪੈ ਗਿਆ। ਆਹ ਪਿਛਲੇ ਦਿਨਾਂ 'ਚ ਅਫਸਰਾਂ ਦਾ ਮਾਮਲਾ ਆਇਆ ਸੀ, ਅਫਸਰਾਂ ਦੇ ਮਾਮਲੇ 'ਚ ਅਫਸਰ ਇਕੱਠੇ ਹੋ ਗਏ ਤੇ ਉਹ ਬੇਸ਼ੱਕ ਚੀਫ ਸੈਕਟਰੀ ਦਾ ਧੜਾ ਵੱਖਰਾ, ਦੂਜਿਆਂ ਦਾ ਧੜਾ ਵੱਖਰਾ, ਉਹ ਧੜਿਆਂ ਦੀ ਲੜਾਈ ਦੇ ਵਿੱਚ ਪੰਜਾਬ ਦੇ ਕੰਮ ਰੁਕਣ ਲੱਗੇ ਤੇ ਬਾਅਦ 'ਚੋਂ ਸਾਰਾ ਕੁਝ ਮਾਮਲਾ ਨਿਪਟ ਗਿਆ। ਹੁਣ ਫੇਰ ਇੱਕ ਵਾਰ ਚਰਚਾ ਛਿੜ ਗਈ ਕਿ ਕੀ ਇਹ ਮਾਮਲਾ ਇੱਥੇ ਆ ਕੇ ਰਾਜੀ ਤੇ ਰੁਕ ਗਿਆ, ਮੁੱਕ ਗਿਆ, ਜਾਂ ਅੱਜ ਤੋਂ ਸ਼ੁਰੂ ਹੋਇਆ। ਜੇ ਸ਼ੁਰੂ ਹੋਇਆ ਕੀ ਉਹ ਅੰਦਰ ਜਿਹੜੇ ਧੜੇ ਨੇ
ਕਿ ਕੋਈ ਇੱਕ ਧੜਾ ਇਹਦੇ ਖਿਲਾਫ ਭੁਗਤ ਗਿਆ, ਕੋਈ ਹੱਕ ਵਾਲਾ ਧੜਾ ਆਊਗਾ, ਕੋਈ ਆਪਸ ਵਿੱਚ ਟਕਰਾਊਗਾ, ਕੀ ਅਜੇ ਚੈੱਕ ਕਰਕੇ ਦੇਖਿਆ ਸਰਕਾਰ ਨੇ, ਸੂਈ ਲਾ ਕੇ ਦੇਖੀ ਹੈ ਕਿ ਕਿੰਨਾ ਕੁ ਰਿਐਕਟ ਹੁੰਦਾ, ਜਾਂ ਜਿਮਨੀ ਚੋਣ ਨੂੰ ਧਿਆਨ 'ਚ ਰੱਖ ਕੇ ਕਾਰਵਾਈ ਹੋਈ ਆ, ਜਾਂ ਸੱਚਮੁੱਚ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੋ ਇਸ ਤਿੰਨੇ ਤਰ੍ਹਾਂ ਦੇ ਸਵਾਲ ਚੱਲ ਰਹੇ ਨੇ ਕਿ ਕੀ ਸਰਕਾਰ ਦੀ ਹੁਣ ਨੀਅਤ ਸਿੱਧੀ ਹੋ ਗਈ ਕਿ ਨਿਬੇੜਨਾ ਚਿੱਟਾ, ਤੇ ਜੇ ਨਿਬੇੜਨਾ ਜਤਿੰਦਰ ਜੀ ਫਿਰ ਇੱਕ ਰਾਜਨੀਤ ਨਹੀਂ ਕਿੰਨੇ ਰਾਜਨੀਤ ਹੋਣਗੇ। ਬਿਲਕੁਲ। ਤੇ ਫਿਰ ਇੱਕ ਸਾਬਕਾ ਮੁੱਖ ਮੰਤਰੀ ਨਹੀਂ 3 ਮਹੀਨੇ ਵਾਲਾ, ਪੌਣੇ 5 ਸਾਲ ਵਾਲੇ ਮੁੱਖ ਮੰਤਰੀ ਵੀ ਹੈਗੇ, 10 ਸਾਲ ਵਾਲੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਹੈਗੇ, ਉਹਨਾਂ ਦਾ ਸਰੀਕਾ ਭਾਈਚਾਰਾ ਵੀ ਹੈਗਾ ਹੈ, ਉਹਨਾਂ ਦੇ ਪੁਰਾਣੀਆਂ ਕੈਬਨਿਟ ਮੰਤਰੀ ਵੀ ਹੈਗੇ। ਸੋ ਇਸ ਲਈ ਉਹ ਫਿਰ ਸਾਰਾ ਫਰੋਲਣਾ ਪੈਣਾ ਜੀ। ਇੱਕ ਵਿਅਕਤੀ, ਇੱਕ ਥਾਣੇਦਾਰ, ਇੱਕ ਐਸਐਸਪੀ, ਇੱਕ ਪੁਲਿਸ ਅਧਿਕਾਰੀ ਸਾਰੇ ਪੰਜਾਬ ਦੇ ਨਸ਼ੇ ਦਾ ਠੇਕਾ ਨਹੀਂ ਲੈ ਸਕਦਾ ਜੀ। ਸੋ ਇਹਦਾ ਮਤਲਬ ਇਹ ਕੋਈ ਵੱਡਾ ਗਰੋਹ ਹੈ, ਵੱਡੇ ਮਗਰਮੱਛਾਂ ਤੱਕ ਜਾਣਗੇ ਜਾਂ ਨਹੀਂ ਜਾਣਗੇ, ਜਾਂ ਇਸੇ ਤੋਂ ਬਾਅਦ ਇਸ਼ਤਿਹਾਰ ਜਾਰੀ ਹੋ ਜਾਣਗੇ ਪੰਜਾਬ 'ਚ ਚਿੱਟਾ ਮੁਕਾਇਆ। ਇਸ਼ਤਿਹਾਰਬਾਜ਼ੀ ਕਰਨ ਦਾ ਬਹੁਤ ਸ਼ੌਂਕ ਹੈ, ਇਸ ਲਈ ਇਹ ਵੱਡਾ ਸਵਾਲ ਖੜਾ ਕਿ ਕੀ ਇਹ ਕਾਰਵਾਈ ਅੱਜ ਤੋਂ ਸ਼ੁਰੂ ਹੋਈ ਹੈ ਜਾਂ ਕਾਰਵਾਈ ਅੱਜ ਤੋਂ ਖਤਮ ਹੋ ਗਈ। ਇਸ ਨੂੰ ਲੋਕ ਇੱਕ ਵਧੀਆ ਸ਼ਲਾਘਾਯੋਗ ਤਰੀਕੇ ਨਾਲ ਪੁੱਟਿਆ ਕਦਮ ਵਜੋਂ ਦੇਖਦੇ ਨੇ, ਪਰ ਜੇਕਰ ਉਹਨੂੰ ਲੱਗਿਆ ਕਿ ਇਹਦੇ ਵਿੱਚੋਂ ਕੋਈ ਬਦਲਾਖੋਰੀ ਦੀ ਮੁਸਕ ਆਉਂਦੀ ਹੈ, ਕਿਉਂਕਿ ਪੁਲਿਸ ਦੇ ਅੰਦਰ ਵੀ ਜਿਹੜਾ ਬੰਦਾ ਜਿਹੜੇ ਸਮੇਂ 'ਚ ਭਰਤੀ ਹੋਇਆ ਨਾ, ਇਹ ਉਸੇ ਸਰਕਾਰ ਦਾ ਬੰਦਾ ਮੰਨ ਲਿਆ ਜਾਂਦਾ ਫਿਰ ਕਿ ਹਾਂ ਜੀ ਇਹ ਬਾਦਲਾਂ ਨੇ ਰੱਖਿਆ ਸੀ ਤਾਂ ਬਾਦਲਾਂ ਦਾ, ਇਹ ਕੈਪਟਨ ਦੇ ਟਾਈਮ 'ਚ ਆਇਆ ਸੀ ਤਾਂ ਕੈਪਟਨ ਦਾ, ਇਹ ਬਿਆਨ ਸਿੰਘ ਦੇ ਟਾਈਮ ਭਰਤੀ ਹੋਇਆ ਸੀ ਤਾਂ ਉਹਨਾਂ ਦਾ। ਸੋ ਇਸ ਲਈ ਆਹ ਵੀ ਮੋਹਰਾਂ ਲੱਗੀਆਂ ਹੋਈਆਂ ਨੇ। ਸੋ ਉਸੇ ਤਰ੍ਹਾਂ ਲੀਡਰਾਂ ਦੇ ਉੱਤੇ ਕਿ ਫਲਾਣੇ ਦਾ ਲੀਡਰ ਸੀ, ਇਹ ਉਹਦਾ ਲੀਡਰ ਸੀ। ਪੰਜਾਬ ਦੇ ਲੀਡਰ ਕਦੋਂ ਬਣੋਗੇ, ਪੰਜਾਬ ਦੇ ਅਧਿਕਾਰੀ ਕਦੋਂ ਬਣੋਗੇ? ਸੋ ਇਸ ਲਈ ਜਿਹੜਾ ਬੰਦਾ ਚਾਹੇ ਲੀਡਰ ਬਣ ਕੇ ਐਮਐਲਏ ਬਣ ਕੇ ਆਉਂਦਾ, ਪੰਜਾਬ ਦੇ ਕਿਸੇ ਹਲਕੇ ਦਾ ਐਮਐਲਏ ਆ। ਜੇਕਰ ਕੋਈ ਮੁੱਖ ਮੰਤਰੀ ਬਣ ਕੇ ਆਉਂਦਾ, ਪੂਰੇ ਪੰਜਾਬ ਦਾ ਮੁੱਖ ਮੰਤਰੀ ਆ, ਨਾ ਕਿ ਕੇਜਰੀਵਾਲ ਦਾ ਮੁੱਖ ਮੰਤਰੀ ਆ, ਨਾ ਕਿ ਰਾਹੁਲ ਗਾਂਧੀ ਦਾ ਮੁੱਖ ਮੰਤਰੀ ਆ, ਨਾ ਕਿ ਮੋਦੀ ਉਹਨਾਂ ਦਾ ਮੁੱਖ ਮੰਤਰੀ ਆ। ਸੋ ਇਸ ਲਈ ਇਹ ਗੱਲ ਤੇ ਗੌਰ ਕਰਨੀ ਪੈਣੀ ਆ। ਹਾਂ, ਇਸ ਘਟਨਾ ਤੋਂ ਬਾਅਦ ਆਸ ਵੀ ਜਾਗੀ ਹੈ ਤੇ ਇੱਕ ਫਿਕਰਮੰਦੀ ਵੀ। ਆਸ ਇਹ ਜਾਗੀ ਹੈ ਕਿ ਹੋ ਸਕਦਾ ਹੁਣ ਪੰਜਾਬ ਸਰਕਾਰ ਚਿੱਟੇ ਦੇ ਮਾਮਲੇ ਦੇ ਵਿੱਚ ਸਖਤ ਹੋ ਜਾਵੇ ਤੇ ਇਸ ਦੇ ਉੱਤੇ ਰੋਕ ਲੱਗ ਜਾਵੇ, ਤੇ ਫਿਕਰਮੰਦੀ ਇਸ ਗੱਲ ਦੀ ਹੈ ਕਿ ਜੇਕਰ ਇਸੇ ਨੂੰ ਆਖਰੀ ਕਾਰਵਾਈ ਸਮਝ ਲਿਆ ਗਿਆ ਫਿਰ ਇਹ ਪੰਜਾਬ ਨਾਲ ਧੋਖਾ ਹੈ, ਕਿਉਂਕਿ ਪੰਜਾਬ ਦੀਆਂ ਨਸਾਂ 'ਚ ਜ਼ਹਿਰ ਜਿਹੜਾ ਉਤਰ ਚੁੱਕਿਆ, ਉਹ ਐ ਇੱਕ ਅਧਿਕਾਰੀ ਤੇ ਕਾਰਵਾਈ ਕਰਕੇ ਨਹੀਂ ਮੁੱਕਣਾ, ਉਹ ਉਸ ਦੇ ਮਗਰਮੱਛਾਂ ਤੱਕ ਸਪਲਾਈ ਤੋੜਨ ਤੱਕ ਜਾਣਾ ਪੈਣਾ, ਕਿਉਂਕਿ ਘਰਾਂ ਦੀਆਂ, ਡਰਾਇੰਗ ਰੂਮਾਂ ਦੀਆਂ, ਪਿੰਡਾਂ ਦੀਆਂ ਬੈਠਕਾਂ ਦੇ ਵਿੱਚ ਹੋਮ ਡਿਲੀਵਰੀ ਆ ਹੁਣ ਚਿੱਟੇ ਦੀ। ਸੋ ਉਹਨੂੰ ਕਿਵੇਂ ਰੋਕਦੀ ਹੈ ਸਰਕਾਰ, ਉਹ ਦੇਖਣਾ ਹੋਵੇਗਾ। ਬਿਲਕੁਲ। ਦੀਪਕ ਜੀ, ਤੁਸੀਂ ਕੇਜਰੀਵਾਲ ਦੀ ਤੇ ਬੀਜੇਪੀ ਦੀ ਗੱਲਬਾਤ ਕਰ ਰਹੇ ਹੋ। ਆਪਾਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਗੱਲਬਾਤ ਕਰ ਚੁੱਕੇ ਹਾਂ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਬੀਜੇਪੀ ਸਰਗਰਮ ਭੂਮਿਕਾ ਨਿਭਾ ਰਹੀ ਹੈ, ਤੇ ਉੱਥੇ ਹੀ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਜੇਕਰ ਵੇਖਿਆ ਜਾਵੇ ਤਾਂ ਦਿੱਲੀ ਦੇ ਮੁੱਖ ਮੰਤਰੀ ਦਾ ਅਸਤੀਫਾ ਵੀ ਮੰਗਿਆ ਜਾ ਰਿਹਾ ਹੈਗਾ ਬੀਜੇਪੀ ਦੇ ਵੱਲੋਂ, ਤੇ ਅਜਿਹੇ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਕੱਟੜ ਇਮਾਨਦਾਰ ਤੇ ਕੱਟੜ ਰਾਸ਼ਟਰਵਾਦੀ ਦੇ ਵਿਚਾਲੇ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਕਿਵੇਂ ਵੇਖਦੇ? ਬਿਲਕੁਲ ਜਿੰਦਰ ਜੀ, ਉਹ ਕੇਜਰੀਵਾਲ ਨੇ ਖੁਦ ਕਿਹਾ ਸੀ ਕਿ ਮੈਂ ਤਾਂ ਕੱਟੜ ਇਮਾਨਦਾਰ ਹਾਂ ਜੀ, ਤੇ ਉਧਰ ਬੀਜੇਪੀ ਵਾਲੇ ਆਪਣੇ ਆਪ ਨੂੰ ਕੱਟੜ ਰਾਸ਼ਟਰਵਾਦੀ ਦੱਸਦੇ ਨੇ। ਸੋ ਇਹ ਕੱਟੜ ਲਾ ਕੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਨਵੀਆਂ ਪਰਿਭਾਸ਼ਾਵਾਂ ਘੜੀਆਂ ਜਾ ਰਹੀਆਂ ਨੇ, ਸ਼ਬਦ ਆਪਣੇ ਆਪ 'ਚ ਹੀ ਸੰਪੂਰਨ ਹੁੰਦੇ ਨੇ। ਹਾਂ, ਕੇਜਰੀਵਾਲ ਹੋਰਾਂ ਨੂੰ ਜਦੋਂ 8-9 ਘੰਟੇ ਪੁੱਛਗਿੱਛ ਹੋਈ, 56 ਸਵਾਲ ਹੋਏ, ਉਹਨਾਂ ਦੀ ਪਾਰਟੀ ਦੇ ਲੀਡਰ, ਰਾਜ ਸਭਾ ਮੈਂਬਰ, ਮੰਤਰੀ, ਮੁੱਖ ਮੰਤਰੀ, ਕੈਬਨਿਟ ਧਰਨਿਆਂ ਤੇ ਵੀ ਆਈ, ਤੇ ਉਹ ਤੋਂ ਉਹਨਾਂ ਨੇ ਕੱਲ੍ਹ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਜੀ। ਉਸ ਵਿਸ਼ੇਸ਼ ਇੱਕ ਰੋਜ਼ਾ ਇਜਲਾਸ ਦੇ ਵਿੱਚ ਉਹਨਾਂ ਨੇ ਚਰਚਾ ਵੀ ਕੀਤੀ ਤੇ ਸਿੱਧਾ ਮੋਦੀ ਸਰਕਾਰ ਨੂੰ ਚੈਲੰਜ ਕੀਤਾ। ਮਤਲਬ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਕੱਟੜ ਇਮਾਨਦਾਰ ਨੇ ਉਹਨੂੰ ਕੱਟੜ ਰਾਸ਼ਟਰਵਾਦ ਨੂੰ ਚੈਲੰਜ ਕੀਤਾ, ਲਲਕਾਰਿਆ, ਜਾਂ ਆਮੋ ਸਾਹਮਣੇ ਹੋ ਗਏ ਨੇ। ਹੁਣ ਇਹ ਆਮੋ ਸਾਹਮਣਾ 24 ਲਈ ਹੈ ਜਾਂ ਪੰਜਾਬ ਦੇ, ਭਾਰਤ ਦੇ, ਦੇਸ਼ ਦੇ ਨਾਗਰਿਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਹੈ ਜੀ। ਕਦੇ ਕਦੇ ਤਾਂ ਲੱਗਦਾ ਕਿ ਜਿਸ ਰਾਹ ਦੇ ਉੱਤੇ ਮੋਦੀ ਚੱਲ ਰਹੇ ਨੇ ਉਸੇ ਰਾਹ ਤੇ ਕੇਜਰੀਵਾਲ ਚੱਲ ਰਹੇ ਨੇ, ਜਿਹੜਾ ਏਜੰਡਾ ਲੈ ਕੇ ਮੋਦੀ ਦੀ ਪਾਰਟੀ ਚੱਲ ਰਹੀ ਹੈ ਉਸੇ ਏਜੰਡੇ ਨੂੰ ਲੈ ਕੇ ਕੇਜਰੀਵਾਲ ਦੀ ਪਾਰਟੀ ਚੱਲ ਰਹੀ ਹੈ। ਜਿਹੜੇ ਇੱਕ ਰੰਗ 'ਚ, ਇੱਕ ਭਾਸ਼ਾ 'ਚ, ਇੱਕ ਢੰਗ 'ਚ ਦੇਸ਼ ਨੂੰ ਮੋਦੀ ਰੰਗਣਾ ਚਾਹੁੰਦਾ, ਉਸੇ ਰੰਗ 'ਚ, ਉਸੇ ਢੰਗ 'ਚ, ਉਸੇ ਰਸੇ 'ਚ ਭਾਰਤ ਨੂੰ ਕੇਜਰੀਵਾਲ ਬਣਾਉਣਾ ਚਾਹੁੰਦਾ। ਪਰ ਜਦੋਂ ਆਉਂਦੀ ਹੈ ਕੁਰਸੀ ਦਾ ਮਸਲਾ, ਫਿਰ ਲੱਗਦਾ ਕਿ ਕੇਜਰੀਵਾਲ ਕੋਲ ਆਪਣਾ ਹਨੂਮਾਨ ਹੈ ਤੇ ਮੋਦੀ ਕੋਲ ਆਪਣਾ ਰਾਮ ਹੈ। ਫਿਰ ਉਹ ਅੱਡ ਹੋ ਜਾਂਦੇ ਨੇ ਉੱਥੇ ਆ ਕੇ ਕਿ ਨਾ ਰਾਮ ਤੇਰਾ, ਹਨੂਮਾਨ ਮੇਰਾ। ਫਿਰ ਉਹ ਇਸ ਤਰ੍ਹਾਂ ਕਿ ਪਰ ਰਾਹ ਇੱਕੋ ਲੰਕਾ ਨੂੰ ਜਾਂਦਾ ਸਾਡਾ। ਸੋ ਇਸ ਲਈ ਉੱਥੇ ਵੀ ਫਿਰ ਸ਼ੰਕੇ ਸ਼ੋਭੇ ਪੈਦਾ ਹੁੰਦੇ ਨੇ ਕਿ ਕੀ ਹੈ ਖੇਡ। ਹੁਣ ਤੱਕ ਕੇਜਰੀਵਾਲ ਕਿੰਨੇ ਮਸਲਿਆਂ 'ਚ ਬੀਜੇਪੀ ਦੀ ਪੈੜ 'ਚ ਪੈੜ ਰੱਖਦਾ ਗਿਆ, ਚਾਹੇ ਉਹ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਦਾ ਧਰਨਾ ਹੋਵੇ, ਚਾਹੇ ਧਾਰਾ 370 ਦਾ ਮਸਲਾ ਹੋਵੇ, ਹੈ ਨਾ, ਚਾਹੇ ਕਿਸੇ ਚੋਣ ਦੇ ਦੌਰਾਨ ਕਈ ਫੈਸਲੇ ਲਏ ਹੋਣ, ਕਿਤੇ ਚੁੱਪ ਰਹਿਣਾ ਹੋਵੇ। ਸੋ ਕਿੰਨੇ ਦੌਰ ਅਜਿਹੇ ਆਏ, ਚਾਹੇ ਪੰਜਾਬ 'ਚ ਹਾਲ ਹੀ 18 ਤੋਂ ਬਾਅਦ ਜਿਹੜਾ ਘਟਨਾਕ੍ਰਮ ਚੱਲਿਆ ਪੰਜਾਬ 'ਚ, ਉਸ ਦੌਰ ਦੇ ਵਿੱਚ ਅਸੀਂ ਦੇਖਿਆ ਕਿ ਨਹੀਂ ਜੀ ਸਾਨੂੰ ਕੇਂਦਰ ਨੇ ਬਹੁਤ ਸਹਿਯੋਗ ਕੀਤਾ, ਕੇਂਦਰ ਸਾਡੇ ਨਾਲ ਚਟਾਨ ਵਾਂਗ ਖੜਾ। ਤੇ ਅਮਿਤ ਸ਼ਾਹ ਵੀ ਕਹਿੰਦਾ ਸੀ ਪੰਜਾਬ ਨਾਲ ਚਟਾਨ ਵਾਂਗ ਖੜੇ, ਤੇ ਹੁਣ ਕਹਿੰਦੇ ਜੀ ਸਾਡੇ ਨਾਲ ਧੱਕਾ ਕਰ ਰਿਹਾ ਕੇਂਦਰ। ਸੋ ਇਸ ਲਈ ਸਾਰੇ 'ਚ ਫਿਰ ਲੱਗਦਾ ਕਿ ਨਹੀਂ 24 ਲਈ ਲੜਾਈ ਆ ਜੀ। ਹੁਣ ਕੇਜਰੀਵਾਲ ਹੋਰਾਂ ਨੇ ਕੱਲ ਵਿਸ਼ੇਸ਼ ਇਜਲਾਸ ਦੇ ਵਿੱਚ ਸਵਾਲ ਖੜਾ ਕੀਤਾ ਕਿ ਮੈਂ ਮੁਫਤ ਬਿਜਲੀ ਦਿੰਨਾ ਜੀ, ਮੈਂ ਮੁਹੱਲਾ ਕਲੀਨਿਕ ਨਾਲ ਚੰਗੀ ਸਹੂਲਤ ਦਿੰਨਾ ਜੀ, ਮੈਂ ਦਿੱਲੀ ਦੇ ਵਾਸੀਆਂ ਦੀ ਇੰਨੀ ਸੇਵਾ ਕਰਦਾ ਜੀ, ਇਸ ਲਈ ਮੈਨੂੰ ਤੰਗ ਕਰ ਰਹੇ ਨੇ। ਜੇ ਲੋਕਾਂ ਨੂੰ ਸਹੂਲਤ ਦੇਣ ਕਰਕੇ ਬੀਜੇਪੀ ਤੰਗ ਕਰ ਰਹੀ ਹੈ, ਫਿਰ ਉਹ ਤੋਂ ਵੱਧ ਨਲਾਇਕ ਕੋਈ ਪਾਰਟੀ ਨਹੀਂ ਹੋਗੀ।
ਉਹਨੂੰ ਨਹੀਂ ਪਤਾ ਕਿ ਹਾਂ ਜੇ ਅਸੀਂ ਲੋਕਾਂ ਦੇ ਮਸਲਿਆਂ ਕਰਕੇ ਤੰਗ ਕਰਾਂਗੇ ਲੋਕ ਸਾਨੂੰ ਵੋਟ ਨਹੀਂ ਪਾਉਣਗੇ ਜੀ ਉਹਨੇ ਵੋਟ ਥੋੜਾ ਖਰਾਬ ਕਰਨ ਤਾਂ ਵੋਟ ਲੈਣੀ ਆ ਬਿਲਕੁਲ ਇਸ ਲਈ ਮੈਨੂੰ ਸਮਝ ਨਹੀਂ ਆਇਆ ਪਹਿਲੂ ਕੀ ਆ ਫਿਰ ਕਹਿੰਦੇ ਜੀ ਇਹਨਾਂ ਨੇ ਨੋਟਬੰਦੀ ਰਾਹੀਂ ਇਹਨਾਂ ਨੇ GST ਰਾਹੀਂ ਇਹਨਾਂ ਨੇ ਬੇਰੁਜ਼ਗਾਰੀ ਭ੍ਰਸ਼ਟਾਚਾਰੀ ਇੰਨੀ ਕਰਤੀ ਕਿ ਲੋਕ ਇਹਨਾਂ ਤੋਂ ਤਪੇ ਹੋਏ ਨੇ ਤੇ ਲੋਕ ਸਾਡੇ ਕੋਲ ਨਹੀਂ ਆਉਣਾ ਚਾਹੁੰਦੇ ਨੇ ਇਸ ਲਈ ਸਾਨੂੰ ਤੰਗ ਕਰਦੇ ਨੇ ਜੀ ਠੀਕ ਹੈ ਫਿਰ ਇਹ ਤਾਂ ਦੇਸ਼ ਵੀ ਰੌਲਾ ਪਾਉਂਦਾ ਤੇ ਫਿਰ ਤੁਸੀਂ ਦੇਸ਼ ਦੀ ਆਵਾਜ਼ ਕਿਉਂ ਨਹੀਂ ਆਵਾਜ਼ ਮਿਲਾਉਂਦੇ ਫਿਰ ਅੱਡ ਆਪਣੀ ਡਫਲੀ ਕਿਉਂ ਵਜਾਉਂਦੇ ਫਿਰ ਇਹ ਸਵਾਲ ਖੜਾ ਫਿਰ ਜੇਕਰ ਤੁਸੀਂ ਕਹਿੰਦੇ ਹੋ ਐਕਸਾਈਜ਼ ਪਾਲਿਸੀ 'ਚ ਕੋਈ ਘੁਟਾਲਾ ਨਹੀਂ ਕੀਤਾ ਕਹਿੰਦੇ ਜੇ ਮੈਨੂੰ ਫੜਿਆ ਜੀ ਇਮਾਨਦਾਰ ਬੰਦਾ ਕੱਟੜ ਇਮਾਨਦਾਰ ਇਹਦਾ ਮਤਲਬ ਫਿਰ ਸਾਰਾ ਦੇਸ਼ ਇਹ ਕਹਿੰਦੇ ਭ੍ਰਸ਼ਟਾਚਾਰੀ ਹੈ ਫਿਰ ਕੋਈ ਇਮਾਨਦਾਰ ਹੀ ਨਹੀਂ ਤੇ ਜੇਕਰ ਇਹ ਗੱਲ ਆ ਫਿਰ ਤੁਸੀਂ ਉਹ ਪਾਲਿਸੀ ਵਾਪਸ ਕਿਉਂ ਲਈ ਸੀ ਬਿਲਕੁਲ ਜੋ ਇੰਨੀ ਚੰਗੀ ਪਾਲਿਸੀ ਸੀ ਤੁਸੀਂ ਆਪਣੇ ਦਿੱਲੀ ਦੇ ਹਿੱਤ ਲਈ ਲਿਆਂਦੀ ਸੀ ਆਪਣੇ ਸੂਬੇ ਦੇ ਫਿਰ ਵਾਪਸ ਕਿਉਂ ਲਈ ਬਿਲਕੁਲ ਸੋ ਇਸ ਲਈ ਇੰਨੇ ਸਵਾਲ ਖੜੇ ਨੇ ਦੋਵੇਂ ਪਾਲਿਆਂ 'ਚ BJP ਦੇ ਪਾਲੇ 'ਚ ਵੀ ਜੀ ਕੇਜਰੀਵਾਲ ਦੇ ਪਾਲੇ 'ਚ ਵੀ ਸੋ ਇਹ ਸਾਰੇ ਪਾਲੇ ਜੋ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਅੱਜ ਵੀ ਗੱਲ ਕਰ ਰਹੇ ਹਾਂ ਕਿ ਹੁਣ ਇਹਦੇ ਵਿੱਚੋਂ ਰਾਜਨੀਤੀ ਵੱਧ ਹੋ ਰਹੀ ਹੈ ਲੋਕ ਮੁੱਦੇ ਗਾਇਬ ਨੇ ਜੀ ਉਹ ਘਪਲਾ ਹੋਇਆ ਨਹੀਂ ਹੋਇਆ ਬੋਤਲਾਂ ਦੇ ਵਿੱਚੋਂ ਕੁਝ ਨਿਕਲਿਆ ਕਿ ਨਹੀਂ ਨਿਕਲਿਆ ਬੋਤਲ ਫੁੱਟੀ ਢੱਕਣ ਖੁੱਲਿਆ ਨਹੀਂ ਖੁੱਲਿਆ ਪਰ ਇੰਨਾ ਜ਼ਰੂਰ ਹੋ ਗਿਆ ਕਿ ਹੁਣ 2024 ਦੇ ਲਈ ਮੈਦਾਨ ਖੁੱਲਦਾ ਜਾ ਰਿਹਾ ਕੀ ਕੇਜਰੀਵਾਲ 2024 ਚ ਮੋਦੀ ਦੇ ਸਾਹਮਣੇ ਆ ਕੇ ਲੜਾਈ ਲੜਨ ਦੀ ਤਿਆਰੀ ਕਰ ਰਹੇ ਨੇ ਜਾਂ ਜੇ ਉਹਨੂੰ ਕਹਿ ਰਹੇ ਨੇ ਕਿ ਮੈਂ ਤੈਨੂੰ ਛੱਡ ਦੂੰਗਾ 29 ਮੈਨੂੰ ਛੱਡ ਦੀ ਕਿ ਉੱਥੇ ਆ ਕੇ ਕੋਈ ਸਮਝੌਤਾ ਹੋਣਾ ਜਾਂ ਫਿਰ ਕੇਜਰੀਵਾਲ ਕਿਉਂਕਿ ਤਲਵਾਰ ਕੇਜਰੀਵਾਲ ਦੇ ਸਿਰ ਤੇ ਨੂੰ ਗ੍ਰਿਫਤਾਰੀ ਦੀ ਲਟਕ ਗਈ ਆ ਜੀ ਤੇ ਹੁਣ ਇਹ ਕਿੱਥੇ ਤੱਕ ਇਹ ਤਲਵਾਰ ਦੇ ਨੇੜੇ ਜਾਂਦੇ ਨੇ ਜਾਂ ਕਿੰਨਾ ਕੁ ਅਜੇ ਡਰਾਉਂਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੇਂਦਰੀ ਏਜੰਸੀਆਂ ਕੇਂਦਰ ਦੇ ਕਈ ਤੇ ਹੀ ਚੱਲਦੀਆਂ ਨੇ ਇਹ ਖੁਦ ਅਮਿਤ ਸ਼ਾਹ ਨੇ ਮੰਨਿਆ ਜਦੋਂ ਇਹ ਗੱਲ ਕਹੀ ਸੀ ਕਿ ਜਦੋਂ ਮੈਨੂੰ ਚੱਕਿਆ ਗੁਜਰਾਤ 'ਚ ਮੈਨੂੰ ਕਹਿੰਦੇ ਕਿ ਕਾਂਗਰਸ ਦੇ ਇਸ਼ਾਰੇ ਤੇ ਮੈਨੂੰ ਕਹਿੰਦੇ ਮੋਦੀ ਦਾ ਨਾਂ ਲੈ ਦੇ ਤੈਨੂੰ ਛੱਡ ਦਾਂਗੇ ਇਹ ਅਮਿਤ ਸ਼ਾਹ ਦੇ ਬੋਲ ਨੇ ਆਪ ਖੁਦ ਇੱਕ ਇੰਟਰਵਿਊ 'ਚ ਤੇ ਕਹਿੰਦੇ ਇਹਦਾ ਮਤਲਬ ਦੇਖ ਲਓ ਕੇਂਦਰੀ ਏਜੰਸੀਆਂ ਨੂੰ ਕਿਵੇਂ ਯੂਜ਼ ਕਰਦੇ ਸੀ ਤੇ ਹੁਣ ਉਹ ਤੁਹਾਡੇ ਕੋਲ ਨੇ ਜਨਾਬ ਬਿਲਕੁਲ ਜੇ ਮਤਲਬ ਤੁਸੀਂ ਵੀ ਯੂਜ਼ ਕਰਦੇ ਹੋਵੋਗੇ ਵਿਜੀਲੈਂਸ ਪੰਜਾਬ ਕੋਲ ਹੈ ਇਹ ਵੀ ਯੂਜ਼ ਕਰਦੇ ਹੋਣਗੇ ਜੇ 3 ਮਹੀਨੇ ਵਾਲੇ ਚੰਨੀ ਦੇ ਕਾਰਜਕਾਲ ਦੀ ਜਾਂਚ ਹੋ ਸਕਦੀ ਹੈ ਤਾਂ ਪੌਣੇ 5 ਸਾਲ ਵਾਲੇ ਕੈਪਟਨ ਦੀ ਕਿਉਂ ਨਹੀਂ ਜਾਂਚ ਹੁੰਦੀ 10 ਸਾਲ ਵਾਲੇ ਬਾਦਲ ਦੀ ਕਿਉਂ ਨਹੀਂ ਜਾਂਚ ਹੁੰਦੀ ਤੇ ਇੱਧਰ ਵਿਜੀਲੈਂਸ ਜਾ ਰਹੀ ਹੈ ਤਾਂ ਭ੍ਰਸ਼ਟਾਚਾਰੀਆਂ ਦੇ ਖਿਲਾਫ ED CBI ਆ ਰਹੀ ਹੈ ਤਾਂ ਇਮਾਨਦਾਰਾਂ ਦੇ ਖਿਲਾਫ ਇਹ ਕਿਹੜਾ ਤਰੀਕਾ ਕੇਜਰੀਵਾਲ ਜੀ ਇਹ ਵੀ ਜਵਾਬ ਦੇ ਦਿਓ ਫਿਰ ਸੋ ਇਸ ਲਈ ਇਹ ਕੱਲ ਵੀ ਸਵਾਲ ਸੀ ਅੱਜ ਵੀ ਸਵਾਲ ਆ ਕਿ ਇੱਥੇ ਕੱਟੜ ਇਮਾਨਦਾਰ ਤੇ ਰਾਸ਼ਟਰਵਾਦ ਦੀ ਲੜਾਈ ਆ ਜਾਂ 2024 ਦੀ ਲੜਾਈ ਹੈ ਬਿਲਕੁਲ ਬਿਲਕੁਲ ਦੀਪ ਜੀ ਸਵਾਲ ਬੜੇ ਨੇ ਜਿਨ੍ਹਾਂ ਦੇ ਜਵਾਬ ਮਿਲਣੇ ਅਜੇ ਬਾਕੀ ਨਹੀਂ ਤਾਂ ਧੰਨਵਾਦ ਦੀਪ ਸ਼ਰਮਾ ਜਨਾਰਥ ਜਿਨ੍ਹਾਂ ਖਬਰਾਂ ਤੇ ਹਮ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕੱਲ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ TV ਸਤਿ ਸ਼੍ਰੀ ਅਕਾਲ